ਵਾਹਿਗੁਰੂ ਸਾਹਿਬ ਜੀ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ, ਯੋਗੀ ਜੰਗਮ ਧਿਆਨ ਤਰੇ। ਗਾਵਹਿ ਇੰਦਰਾਦ ਭਗਤ ਪ੍ਰਹਲਾਦਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੱਖਣੇ ਮਹੱਲਾ ਪੰਜਵਾ। ਆਗਾਹਾ ਕੂ ਤਰਾਗ, ਪਿੱਛਾ ਫੇਰ ਨਾ ਮੋਹਟੜਾ। ਨਾਨਕ ਛਿਜ ਅਵੇਹਾ ਵਾਰ, ਬੋਹੜ ਨ ਹੋਵੀ ਜਨਮੜਾ। ਆਗਾਹਾ ਕੂ ਤਰਾਂਗ, ਪਿੱਛਾ ਫੇਰ ਨ ਮੋਹਟੜਾ। ਨਾਨਕ ਛਿਜ ਅਵੇਹਾ ਵਾਰ, ਬੋਹੜ ਨ ਹੋਵੀ ਜਨਮੜਾ। ਮਹੱਲਾ ਪੰਜਵਾ। ਸੱਜਣ ਮੈਡਾ ਚਾਈਆ, ਹਬ ਕਹੀਦਾ ਮਿੱਤ। ਹੱਬੇ ਜਾਣਨ ਆਪਣਾ, ਕਹੀ ਨ ਢਾਹੇ ਚਿੱਤ। ਮਹੱਲਾ ਪੰਜਵਾ। ਗੁਜੜਾ ਲੱਦਮ ਲਾਲ, ਮੱਥੈ ਹੀ ਪ੍ਰਗਟ ਥਿਆ। ਸੋਈ ਸੁਹਾਵਾ ਥਾਨ, ਜਿੱਥੈ ਪ੍ਰਿਯ ਨਾਨਕ ਜੀ ਤੂੰ ਉਠਿਆ। ਪੌੜੀ ਜਾ ਤੂੰ ਮੇਰਾ ਵੱਲ ਹੈ,
ਤਾ ਕਿਆ ਮੋਹ ਛੰਦਾ। ਤੁਧ ਸਭ ਕਿਛ ਮੈਨੋ ਸੌਂਪਿਆ, ਜਾ ਤੇਰਾ ਬੰਦਾ। ਲਖਮੀ ਟੋਟ ਨ ਆਵਈ, ਖਾਏ ਖਰਚ ਰਹੰਦਾ। ਲੱਖ 84 ਮੇਦਨੀ, ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆ, ਨਹਿ ਮੰਗੈ ਮੰਦਾ। ਲੇਖਾ ਕੋਇ ਨ ਪੁੱਛੈ, ਜਾ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ। ਸਭੇ ਕਾਜ ਸਵਾਰਿਆ, ਜਾ ਤੁਧ ਪਾਬੰਦਾ। ਲੇਖਾ ਕੋਇ ਨ ਪੁੱਛੈ, ਜਾ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ। ਸਭੇ ਕਾਜ ਸਵਾਰਿਆ, ਜਾ ਤੁਧ ਪਾਬੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਡੱਖਣੇ ਬਾਰ ਦੇ ਵਿੱਚੋਂ 6ਵੇਂ 7ਵੇਂ ਸ਼ਲੋਕ ਦੀ ਆਪ ਜੀ ਵਿਚਾਰ ਸ਼ਰਵਣ ਕਰਦੇ ਆ ਰਹੇ ਹਨ, ਜੋ ਆਪ ਜੀ ਨੇ ਪਾਵਨ ਸ਼ਲੋਕ ਹੁਣੇ ਹੀ ਸ਼ਰਵਣ ਕੀਤਾ ਹੈ। ਕੱਲ ਵਾਲੀ ਵਿਚਾਰ ਦੇ ਵਿੱਚ ਸ਼ਲੋਕ ਤੇ ਪਹਿਲੇ ਮਹੱਲੇ ਦੀ ਵਿਚਾਰ ਆਪ ਜੀ ਨੇ ਕੱਲ ਵਾਲੇ ਦੀਵਾਨਾਂ ਵਿੱਚ ਸ਼ਰਵਣ ਕੀਤੀ ਸੀ, ਤੇ ਸਤਿਗੁਰ ਜਿੱਥੇ ਆਪਾਂ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨੀ ਹੈ, ਉੱਥੇ ਅੱਜ ਨਾਲ ਹੀ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਦੀਨ ਦਿਆਲੂ ਸਤਿਗੁਰੂ
ਜਗਤ ਗੁਰੂ ਨਿਰੰਕਾਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਅੱਜ ਜੋਤੀ ਜੋ ਸਮਾਉਣ ਦਾ ਦਿਵਸ ਦਿਹਾੜਾ ਗੁਰਪੁਰਬ ਹੈ, ਜਿੱਥੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨੀ ਹੈ ਤੇ ਨਾਲ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਸੰਬੰਧੀ ਵੀ ਗੁਰਮਤਿ ਦੀਆਂ ਵਿਚਾਰਾਂ ਆਪਾਂ ਸ਼ਰਵਣ ਕਰਨੀਆਂ ਹਨ। ਸੋ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪੰਜਵਾ। ਗੁਜੜਾ ਲੱਦਮ ਲਾਲ ਮੱਥੈ ਹੀ ਪ੍ਰਗਟ ਥਿਆ, ਸੋਈ ਸੁਹਾਵਾ ਥਾਨ ਜਿਥੈ ਪ੍ਰਿਯ ਨਾਨਕ ਜੀ ਤੂੰ ਉਠਿਆ। ਕੱਲ੍ਹ ਵਾਲੀ ਵਿਚਾਰ ਦੇ ਵਿੱਚ ਆਪ ਜੀ ਨੇ ਇਹ ਸਰਵਣ ਕੀਤਾ ਸੀ ਕਿ ਪੰਜਵੇਂ ਗੁਰਦੇਵ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਕਿ ਇਹ ਜੀਵ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ, ਇਸ ਮਨੁੱਖਾ ਦੇਹੀ ਵਿੱਚ ਤੂੰ ਆਲਸ ਨਾ ਕਰਨਾ ਕਰ। ਅਗਾਹਾਂ ਕੋ ਤਰਾਂਗ ਪਿੱਛੇ ਫੇਰ ਨਾ ਮੋਹ ਡੜਾ, ਪਿੱਛੇ ਨਾ ਹਟ। ਜਿਹੜਾ ਤੈਨੂੰ ਇਹ ਜਨਮ ਮਿਲਿਆ, ਇਸ ਜਨਮ ਵਿੱਚ ਤੂੰ ਕਾਮਯਾਬ ਹੋਣਾ ਕਰ, ਇਹਦਾ ਲਾਹਾ ਲੈਣਾ ਕਰ। ਕਹਿੰਦੇ ਜੇ ਇਸ ਤਰੀਕੇ ਦੇ ਨਾਲ ਤੂੰ ਲਾਹਾ ਪ੍ਰਾਪਤ ਕਰ ਲਵੇਗਾ, ਉਸ ਮਾਲਕ ਦੀ ਇਬਾਦਤ ਕਰੇਗਾ, ਫਿਰ ਕਹਿੰਦੇ ਇਹ ਜਿਹੜਾ ਸਮਾਂ ਹੈ ਬਾਰ-ਬਾਰ ਤੈਨੂੰ ਮਿਲਣ ਵਾਲਾ ਨਹੀਂ ਹੈ। ਕਹਿੰਦੇ ਨਾਨਕ ਛਿਜ ਅਵੇਹਾ ਵਾਰ, ਬਹੁੜ ਨਾ ਹੋਵੀ ਜਨਵੜਾ। ਛਿਜ ਦਾ ਇੱਥੇ ਅਰਥ ਲੱਗਣਾ ਹੈ ਸਫਲ। ਕਹਿੰਦੇ ਇਹ ਤੈਨੂੰ ਵਾਰੀ ਮਿਲੀ ਹੈ, ਜਿਵੇਂ ਆਪਾਂ ਗੁਰਬਾਣੀ ਵਿੱਚ ਪਾਤਸ਼ਾਹ ਦੇ ਬਚਨ ਪੜ੍ਹਦੇ ਨਾ ਕਿ ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਕਿ ਇਹ ਤੇਰਾ ਇਹ ਅਵਸਰ ਸਮਾਂ ਮਿਲਿਆ ਹੈ, ਇਹ ਵਾਰੀ ਹੈ ਤੇਰੀ। ਜਿਵੇਂ ਇੱਕ ਕਿਸਾਨ ਜ਼ਿਮੀਂਦਾਰ ਆਪਣੀ ਫਸਲ ਨੂੰ ਪਾਣੀ ਲਾਉਂਦਾ, ਜਿਹੜੇ ਨਹਿਰਾਂ ਦੇ ਕਿਨਾਰੇ ਤੇ ਜਿਹੜੀ ਫਸਲਾਂ ਨੇ, ਜਦੋਂ ਆਪਾਂ ਰਾਜਸਥਾਨ ਦੇ ਇਲਾਕੇ ਜਾਣਾ ਕਰੀਏ, ਉੱਥੇ ਪਿੰਡਾਂ ਦੇ ਨਾਮ ਰੱਖੇ ਨੇ ਕਿ ਉਹਨਾਂ ਦੇ ਪਿੰਡਾਂ ਵਿੱਚ ਜਿਹੜੇ ਪਾਣੀ ਹੈ ਉਹ ਨਹਿਰਾਂ ਦਾ ਨਹਿਰੀ ਪਾਣੀ ਜਾਂਦਾ ਹੈ, ਅਤੇ ਮੋਗਿਆਂ ਦੇ ਨਾਮ ਰੱਖੇ ਹੋਏ ਨੇ। ਅਤੇ ਅੱਜ ਇੱਕ ਦੀ ਵਾਰੀ ਹੈ, ਦੂਜੀ ਦੀ ਵਾਰੀ ਆਉਂਦੀ ਹੈ। ਜੇ ਕਿਸੇ ਦੀ ਵਾਰੀ ਖੁੰਝ ਜਾਵੇ ਨਾ, ਕਹਿੰਦੇ ਹੁਣ ਭਾਈ ਤੇਰੀ ਵਾਰੀ ਲੰਘ ਚੁੱਕੀ ਹੈ, ਤੂੰ ਆਪਣਾ ਸਮਾਂ ਲੰਘਾ ਲਿਆ, ਹੁਣ ਤੈਨੂੰ ਬਾਅਦ ਵਿੱਚ ਉਡੀਕ ਕਰਨੀ ਪਵੇ ਜਦ ਦੁਬਾਰਾ ਵਾਰੀ ਆਵੇਗੀ। ਅਤੇ ਸਤਿਗੁਰੂ ਇਸੇ ਤਰ੍ਹਾਂ ਸਮਝਾਉਂਦੇ ਨੇ, ਕਹਿੰਦੇ ਭਾਈ ਇਹ ਮਨੁੱਖਾ ਜਨਮ ਵੀ ਇੱਕ ਤਰ੍ਹਾਂ ਤੇਰੀ ਵਾਰੀ ਹੈ। ਮਨੁੱਖਾ ਜਨਮ ਦੇ ਵਿੱਚ ਜੇ ਤੈਂ ਉਸ ਮਾਲਕ ਦਾ ਨਾਮ ਜਪ ਲਿਆ, ਚੰਗੇ ਕਰਮ ਕੀਤੇ, ਕਹਿੰਦੇ ਤੇਰਾ ਜਨਮ ਸਫਲਾ ਹੋ ਜਾਵੇਗਾ। ਫਿਰ ਬਹੁੜ ਨਾ ਹੋਵੀ ਜਨਮੜਾ, ਦੁਆਰਾ ਤੈਨੂੰ ਫਿਰ ਜਨਮ ਨਹੀਂ ਲੈਣਾ ਪਵੇਗਾ। ਤੂੰ ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ, ਮੁਕਤ ਹੋ ਜਾਵੇਗਾ। ਫਿਰ ਅਗਲਾ ਬਚਨ ਪਾਤਸ਼ਾਹ ਕਰਦੇ ਨੇ ਕਿ ਸੱਜਣ ਮੈਂਡਾ ਚਾਈਆ, ਹੱਬ ਕਹੀ ਦਾ ਮਿੱਤ, ਹੱਬੇ ਜਾਣਨ ਆਪਣਾ, ਕਹੀ ਨਾ ਢਾਹੇ ਚਿੱਤ। ਜਿਹੜਾ ਸੱਜਣ ਮੈਂਡਾ ਮੇਰਾ ਸੱਜਣ ਮਾਲਕ ਹੈ, ਪਤੀ ਪਰਮੇਸ਼ਰ, ਕਹਿੰਦੇ ਉਹ ਮੇਰਾ ਮਾਲਕ ਵਾਹਿਗੁਰੂ ਜਿਹੜਾ ਬੜੇ ਚਾਅ ਵਾਲਾ ਹੈ, ਉਸ ਮਾਲਕ ਵੱਡੇ ਦਿਲ ਵਾਲਾ ਹੈ, ਉਹ ਖੁਸ਼ ਦਿਲ ਵਾਲਾ ਪਰਮੇਸ਼ਰ ਹੈ। ਜਦੋਂ ਜਿੱਥੇ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਉੱਥੇ ਹੱਬ ਕਹੀ ਦਾ ਮਿੱਤ, ਉਹ ਸਾਰਿਆਂ ਦਾ ਮਿੱਤਰ ਹੈ। ਅਤੇ ਜਿੰਨੇ ਵੀ ਜੀਵ ਹਨ ਉਹ ਪਰਮਾਤਮਾ ਰੂਪੀ ਸੱਜਣ ਸਾਰਿਆਂ ਦਾ ਮਿੱਤਰ ਹੈ। ਹੱਬੇ ਜਾਣਨ ਆਪਣਾ, ਕਹੀ ਨਾ ਢਾਹੇ ਚਿੱਤ। ਕਿਉਂਕਿ ਪਰਿਪੂਰਨ ਪਰਮਾਤਮਾ ਰੂਪੀ ਮਿੱਤਰ ਨੇ ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ ਨੇ ਨਾ, ਉਹਨਾਂ ਨੂੰ ਆਪਣੇ ਜਾਣਦਾ ਉਹ।
कि मेरे ने ਇਹ मैं ਬਣਾਉਣਾ ਕੀਤੇ ਨੇ। ਤੇ ਇਸ ਤਰ੍ਹਾਂ ਕਿਸੇ ਦਾ ਵੀ ਉਹ ਚਿੱਤ ਨਹੀਂ ਤੋੜਦਾ, ਦਿਲ ਨਹੀਂ ਤੋੜਦਾ। ਤੇ ਜੋ ਜੀਵ ਨੂੰ ਦੁੱਖ ਤੇ ਸੁੱਖ ਮਿਲਦੇ ਨੇ ਇਹ ਜੀਵ ਦੇ ਆਪਣੇ ਕਰਮ ਨੇ। ਤੇ ਪ੍ਰਮਾਤਮਾ ਵਾਹਿਗੁਰੂ ਤਾਂ ਖੁਸ਼ੀਆਂ ਦਿੰਦਾ ਏ। ਜਿਹੋ ਜਿਹਾ ਆਪਾਂ ਬੀਜਦੇ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਉਹ ਆਪਾਂ ਕਰਮ ਭੋਗ ਰਹੇ ਹਾਂ। ਤੇ ਇੱਥੋਂ ਤੱਕ ਗੁਰੂ ਸਵਾਰੇ ਆਪ ਜੀ ਨੇ ਵਿਚਾਰ ਕੱਲ੍ਹ ਵਾਲੇ ਦੀਵਾਨਾ ਸਰਵਣ ਕੀਤੀ ਸੀ। ਤੇ ਗੁਰੂ ਸਾਹਿਬਾਨ ਜੀ ਹੁਣ ਅਗਲੇ ਬੰਦ ਵਿੱਚ ਅਗਲੇ ਮਹੱਲੇ ਵਿੱਚ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਕਿ ਮਹੱਲਾ ਪੰਜਵਾ, ਗੁੱਜੜਾ ਲੱਦਮ ਲਾਲ ਮੱਥੈ ਹੀ ਪ੍ਰਗਟ ਥਿਆ। ਗੁੱਜੜਾ ਕਹਿੰਦੇ ਨੇ ਗੁਪਤ, ਜਿਹੜਾ ਗੁਆਚਿਆ ਹੋਇਆ ਹੋਵੇ। ਜਿਵੇਂ ਭਗਤ ਕਬੀਰ ਸਾਹਿਬਾਨ ਦੇ ਬਚਨਾਂ ਪੜ੍ਹਦੇ ਆਪਾਂ, ਕਹਿੰਦੇ ਨੇ ਬਸਤ ਅਗੋਚਰ ਪਾਈ ਘਟ ਦੀਪਕ ਰਿਹਾ ਸਮਾਈ। ਕਿਆ ਪੜ੍ਹੀਐ ਕਿਆ ਗੁਨੀਐ ਕਿਆ ਵੇਦ ਪੁਰਾਨਾ ਸੁਣੀਐ। ਬੜੇ ਸੁਨੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ। ਹਰ ਕਾ ਨਾਮ ਨ ਜਪਸ ਗਵਾਰਾ ਕਿਆ ਸੋਚ ਹੈ ਵਾਰੰਵਾਰਾ। ਅੰਧਿਆਰੇ ਦੀਪਕ ਚਹੀਐ ਇੱਕ ਬਸਤ ਅਗੋਚਰ ਲਹੀਐ। ਹਨੇਰਾ ਇਹ ਕਹਿੰਦੇ ਘੁੱਪ ਹਨੇਰਾ ਅੰਤःਕਰਨ ਦੇ ਵਿੱਚ। ਤੇ ਹਨੇਰੇ ਵਿੱਚ ਜੇ ਵਸਤੂ ਲੱਭਣੀ ਹੈ, ਵਸਤੂ ਲੱਭਣ ਦੇ ਲਈ ਸਾਨੂੰ ਦੀਵੇ ਦੀ ਲੋੜ ਪਵੇਗੀ, ਲਾਈਟ ਦੀ ਲੋੜ ਪਵੇਗੀ। ਪਰ ਜਦੋਂ ਪ੍ਰਕਾਸ਼ ਹੋਵੇਗਾ ਤੇ ਆਪਾਂ ਉਸ ਹਨੇਰੇ ਵਿੱਚ ਪਈ ਹੋਈ ਵਸਤੂ ਸੌਖਿਆਂ ਲੱਭ ਲਵਾਂਗੇ। ਤੇ ਸਤਿਗੁਰੂ ਕਹਿੰਦੇ ਅੰਧਿਆਰੇ ਦੀਪਕ ਜਿਹੀ ਹੈ ਇੱਕ ਵਸਤ ਅਗੋਚਰ ਲਈ ਹੈ। ਕਹਿੰਦੇ ਫਿਰ ਭਾਈ ਉਹ ਛੁਪੀ ਹੋਈ ਵਸਤੂ ਲੱਭ ਸਕਦੇ ਆ। ਕਹਿੰਦੇ ਵਸਤ ਅਗੋਚਰ ਪਾਈ ਘਟ ਦੀਪਕ ਰਿਹਾ ਸਮਾਈ। ਜਦੋਂ ਘਟ ਹਿਰਦੇ ਅੰਦਰ ਗਿਆਨ ਦਾ ਦੀਵਾ ਬਲ ਗਿਆ, ਕਹਿੰਦੇ ਫਿਰ ਉਹ ਛੁਪੀ ਹੋਈ ਵਸਤੂ ਜਿਹੜੀ ਹੈ ਅਗੋਚਰ ਛੁਪੀ ਹੋਈ, ਉਹ ਵਸਤੂ ਅਸੀਂ ਆਪਣੇ ਹਿਰਦੇ ਅੰਦਰ ਪ੍ਰਾਪਤ ਕਰ ਸਕਦੇ ਹਾਂ। ਫਿਰ ਅਵਸਥਾ ਕਿਹੋ ਜਿਹੀ ਬਣ ਜਾਂਦੀ ਹੈ। ਫਿਰ ਭਗਤ ਜੀ ਕਹਿੰਦੇ ਨੇ ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਕਹਿੰਦੇ ਮਨ ਮੰਨ ਗਿਆ, ਮਨ ਮੰਨਣਾ ਹਰੀ ਨੂੰ ਜਾਣਨਾ ਕੀਤਾ। ਕਹਿੰਦੇ ਮਨ ਮੰਨਣਾ, ਕਹਿੰਦੇ ਦੁਨੀਆ ਦੇ ਲੋਕ ਖੁਸ਼ ਨਹੀਂ ਹੁੰਦੇ। ਤੇ ਭਗਤ ਜੀ ਕਹਿਣ ਲੱਗੇ ਦੁਨੀਆ ਤੋਂ ਮੈਂ ਕੀ ਲੈਣਾ, ਮੇਰਾ ਕੰਮ ਹੈ ਪਾਲ ਮਾਲਕ ਪ੍ਰਭੂ ਦੀ ਇਬਾਦਤ ਕਰਨੀ, ਤੇ ਉਹ ਮੈਂ ਕਰ ਰਿਹਾ ਹਾਂ। ਤੇ ਇਹੀ ਬਚਨ ਇੱਥੇ ਸਤਿਗੁਰੂ ਸ਼ਬਦ ਵਰਤੇ, ਗੁੱਜੜਾ ਲੱਦਮ ਲਾਲ। ਲੱਦਮ ਕਹਿੰਦੇ ਨੇ ਲੱਭ ਲੈਣਾ, ਗੁੱਜੜਾ ਕਹਿੰਦੇ ਨੇ ਜਿਹੜਾ ਗੁਪਤ ਹੈ, ਜਿਹੜਾ ਨਹੀਂ ਲੱਭ ਸਕਦੇ। ਕਹਿੰਦੇ ਉਹ ਗੋਹਜ ਭੇਦ, ਜਿਹੜਾ ਗੋਹਜ ਪ੍ਰਮਾਤਮਾ ਅੰਦਰ ਟਿਕਾ ਕੇ ਰੱਖਿਆ ਹੋਇਆ ਹੈ, ਉਹ ਲੱਦਮ ਲਾਲ। ਲਾਲ ਕੀ ਹੈ? ਪਰਮਾਤਮਾ ਦਾ ਨਾਮ। ਕਿਉਂਕਿ ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਨਾਮ ਜਿਹੜਾ ਸਾਡੇ ਹਿਰਦੇ ਅੰਦਰ ਹੀ ਹੈ। ਜਿਹੜਾ ਅਸੀਂ ਆਪਾਂ ਮੁੱਖੋਂ ਵਾਹਿਗੁਰੂ ਜਪਦੇ ਹਾਂ, ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਦੇ, ਬਾਣੀ ਪੜ੍ਹਦੇ ਹਾਂ, ਅਭਿਆਸੀ ਅਸਲ ਵਿੱਚ ਆਪਣੇ ਅੰਦਰੋਂ ਨਾਮ ਨੂੰ ਪ੍ਰਗਟ ਕਰਦਾ ਹੈ। ਘਰ ਵੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਹਿਰਦੇ ਅੰਦਰ ਹੀ ਹੈ। ਜੇ ਕਸਤੂਰੀ ਹਿਰਨ ਦੇ ਨਾਭੀ ਵਿੱਚ ਹੁੰਦੀ ਹੈ ਤੇ ਹਿਰਨ ਨੂੰ ਪਤਾ ਨਹੀਂ ਲੱਗਦਾ, ਭਰਮਦਾ ਫਿਰਦਾ ਹੈ। ਇਸੇ ਤਰ੍ਹਾਂ ਜੀਵ ਵੀ ਭਟਕਣਾ ਦੇ ਵਿੱਚ ਹੀ ਹੈ। ਨਾਮ ਸਾਡੇ ਅੰਦਰ ਹੈ। ਤੇ ਕਹਿੰਦੇ ਜਦੋਂ ਉਹ ਨਾਮ ਦਾ ਅੰਦਰੋਂ ਪ੍ਰਕਾਸ਼ ਹੋ ਗਿਆ, ਫਿਰ ਕੀ ਹੋਇਆ? ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਮੱਥੈ ਹੀ ਪ੍ਰਗਟ ਥਿਆ। ਕਿਉਂਕਿ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਹੜੇ ਉਸ ਮਾਲਕ ਨਾਲ ਇੱਕਮਿਕ ਹੋ ਜਾਂਦੇ ਨੇ, ਉਹਨਾਂ ਦੇ ਫਿਰ ਮੱਥੇ ਦੇ ਜਿਹੜੇ ਵਿੱਚ ਉਹ ਪਰਮਾਤਮਾ ਦੀ ਦਿਵ ਜੋਤ ਜਿਹੜੀ ਹੈ ਉਹ ਪ੍ਰਗਟ ਹੋ ਜਾਂਦੀ ਹੈ। ਜਿਸ ਦਿਵ ਜੋਤ ਦੇ ਰਾਹੀਂ ਜੀਵ ਨੂੰ ਆਪਣੇ ਆਪ ਦੀ ਪਹਿਚਾਣ ਹੋ ਜਾਂਦੀ ਹੈ। ਜਿਹੜੀ ਸਾਡੀ ਦੁਨਿਆਵੀ ਤੌਰ 'ਤੇ ਪਹਿਚਾਣ ਹੈ, ਸਾਡਾ ਸਰੀਰ ਹੈ ਸੰਸਾਰ ਦੇ ਵਿੱਚ, ਸਾਡੇ ਘਰ ਦਾ ਐਡਰੈਸ ਹੈ ਕਿ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ, ਪਿੰਡ ਫਲਾਣਾ, ਜ਼ਿਲ੍ਹਾ ਆ, ਤੇ ਸ਼ਹਿਰ ਦਾ ਨਾਮ ਆ, ਪਿੰਡ ਦਾ ਨਾਮ ਆ ਹੈ, ਤੇ ਆਪਣੇ ਇਹ ਫਲਾਣਾ ਸਾਡਾ ਮੁਹੱਲਾ ਹੈ, ਸਾਡਾ ਫਲਾਣਾ ਪਿੰਡ ਹੈ। ਇਹ ਤਾਂ ਦੁਨਿਆਵੀ ਐਡਰੈਸ ਹੋ ਗਿਆ। ਇਹ ਦੁਨਿਆਵੀ ਸਰੀਰ ਦਾ ਐਡਰੈਸ ਹੈ। ਇਹ ਅਸਲ ਵਿੱਚ ਜਿਹੜਾ ਸਾਡਾ ਸਰੀਰ ਹੈ, ਇਹ ਸਰੀਰ ਦਾ ਐਡਰੈਸ ਹੈ ਕਿ ਫਲਾਣੀ ਥਾਂ 'ਤੇ ਆਹ ਸਰੀਰ ਵਾਲਾ ਮਨੁੱਖ ਰਹਿ ਰਿਹਾ ਹੈ।
ਆ ਮਨੁੱਖ ਰਹਿ ਰਹੇ ਆ। ਜਿਹੜਾ ਅਸਲ ਐਡਰੈਸ ਹੈ ਉਹ ਸਾਨੂੰ ਨਹੀਂ ਪਤਾ, ਕਿੱਥੋਂ ਆਏ ਆ, ਮਰ ਕੇ ਜਾਣਾ ਕਿੱਥੇ ਹੈ, ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਭੜਕੇ ਆ, ਉਹਦੇ ਬਾਅਦ ਨਹੀਂ ਪਤਾ। ਕਿਹੜੇ ਕਿਹੜੇ ਸਰੀਰ ਧਾਰਨ ਕੀਤੇ ਨੇ ਉਹ ਤਾਂ ਨਹੀਂ ਪਤਾ। ਪਰ ਜਦੋਂ ਨਾਮ ਦੀ ਰੋਹ ਅੰਦਰ ਪ੍ਰਗਟ ਹੋ ਗਈ, ਹਿਰਦੇ ਅੰਦਰ ਨਾਮ ਟੇਕ ਗਿਆ, ਫਿਰ ਗੁਰੂ ਸਵਾਰੇ ਅਸੀਂ ਆਪਣੇ ਅਸਲ ਐਡਰੈਸ ਨੂੰ ਜਾਣ ਲਵਾਂਗੇ। ਆਪਣੇ ਆਪ ਦੀ ਸਾਨੂੰ ਪਹਿਚਾਣ ਹੋ ਜਾਵੇਗੀ ਕਿ ਮੈਂ ਕੀ ਹਾਂ, ਕਾਹਦੇ ਲਈ ਆਇਆ ਹਾਂ, ਕਿੱਥੋਂ ਆਇਆ ਹਾਂ, ਇਹ ਬਿਲਕੁਲ ਪਤਾ ਲੱਗ ਜਾਵੇਗਾ। ਹੁਣ ਦੇਖੋ, ਜੀਵ ਸੰਸਾਰ ਜਨਮ ਲੈ ਕੇ ਆਉਂਦਾ, ਘਰ 'ਚ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਬੱਚਾ ਬੱਚੀ ਆਏ ਤੇ ਪਰਿਵਾਰ ਦੇ ਜੀ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ ਕਿ ਸਾਡੇ ਘਰ ਜੀ ਆਇਆ। ਪਰ ਜੀ ਆਇਆ ਕਿੱਥੋਂ ਹੈ? ਜੀ ਆਇਆ ਕਿੱਥੋਂ? ਆਪਾਂ ਆਖਾਂਗੇ ਮਾਤਾ ਪਿਤਾ ਸੰਬੰਧ ਬਣਿਆ ਤੇ ਮਾਤਾ ਪਿਤਾ ਦੇ ਸੰਬੰਧ ਦੇ ਰਾਹੀਂ ਇਹ ਬੱਚਾ ਸੰਸਾਰ ਵਿੱਚ ਆਇਆ। ਮੰਨ ਲਿਆ ਜਦ ਸਰੀਰ ਤਾਂ ਬਣ ਗਿਆ, ਪਰ ਜਿੰਦ ਪਾਈ ਕਿਹਨੇ? ਜੇ ਸਰੀਰ ਮਾਤਾ ਪਿਤਾ ਸੰਬੰਧ ਨਾਲ ਬਣ ਗਿਆ ਤੇ ਉਹ ਕੁੱਖ ਵਿੱਚ ਸਰੀਰ 'ਚ ਪਲਿਆ, ਪਰ ਉਹਦੇ ਜਿੰਦ ਕਿਹਨੇ ਪਾਣਾ ਕੀਤੀ ਹੈ? ਜਿੰਦ ਪਾਣ ਵਾਲਾ ਪਰਮਾਤਮਾ ਹੈ। ਇਹਦੇ ਵੱਧ ਪਰਿਪੂਰਨ ਪਰਮਾਤਮਾ ਹੀ ਜਾਣਦਾ। ਆਪਾਂ ਪੜ੍ਹਦੇ ਨਾ ਸਤਿਗੁਰ ਦੇ ਬਚਨ ਕਿ ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਤੇ ਪਰਮਾਤਮਾ ਨੇ ਜਿੰਦ ਪਾਣਾ ਕੀਤੀ ਹੈ, ਪਰਮਾਤਮਾ ਜਾਣਦਾ ਕਿੱਥੋਂ ਆਇਆ। ਫਿਰ ਜਦੋਂ ਜੀਵ ਚੜ੍ਹਾਈ ਕਰਦਾ ਹੈ, ਆਪਣਾ ਕੋਈ ਜੀ ਮਿੱਤਰ ਸੱਜਣ ਜਾਂਦਾ ਜਿਹਦੇ ਨਾਲ ਸਾਡਾ ਸਨੇਹ ਹੋਵੇ, ਤੇ ਉਦੋਂ ਮਨ ਨੂੰ ਦੁੱਖ ਪਹੁੰਚਦਾ, ਠੇਸ ਪਹੁੰਚਦੀ ਕਿ ਫਲਾਣਾ ਚਲਿਆ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਪਾਂ ਜੋਤੀ ਜੋਤ ਸਮਾਨ ਦਿਵਸ ਦਿਹਾੜਾ ਮਨਾ ਰਹੇ ਹਾਂ। ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਨਗਰ ਗਏ ਜਿੱਥੇ ਦਾਤਨਸਰ ਗੁਰਦੁਆਰਾ ਬਣਿਆ, ਤੇ ਜੋਜੀ ਪ੍ਰੀਤਮ ਪਾਤਸ਼ਾਹ ਮਹਾਰਾਜ ਉੱਥੇ ਪਹੁੰਚ ਗਏ। ਸਤਿਗੁਰੂ ਨੇ ਡੇਰਾ ਲਾ ਲਿਆ। ਉੱਥੇ ਇੱਕ ਸੇਠ ਸੀ ਜਿਹਦਾ ਨਾਮ ਹੈ ਲੱਖਪਤੀਆ ਸੇਠ। ਲੱਖਪਤੀਆ ਸੇਠ ਦੇ ਘਰ ਵਿੱਚ ਇੱਕ ਪੁੱਤਰ, ਇਕਲੌਤਾ ਪੁੱਤਰ, ਕਾਰੋਬਾਰ ਦੀ ਕਮੀ ਨਹੀਂ ਹੈ, ਨੌਕਰ ਚਾਕਰ ਨੇ, ਤੇ ਇਕਲੌਤਾ ਪੁੱਤਰ ਸਾਰੀ ਧਨ ਸੰਪਦਾ ਦਾ ਮਾਲਕ। ਕਹਿੰਦੇ ਪਰਮਾਤਮਾ ਦੀ ਐਸੀ ਖੇਡ ਵਰਤੀ ਤੇ ਪੁੱਤਰ ਦੀ ਮੌਤ ਹੋ ਗਈ। ਪੁੱਤਰ ਚੜ੍ਹਾਈ ਕਰ ਗਿਆ। ਜੋ ਪੁੱਤਰ ਚੜ੍ਹਾਈ ਕੀਤਾ ਤੇ ਉਦੋਂ ਜਿਹੜਾ ਸੇਠ ਸੀ ਤੇ ਇਹਦੀ ਘਰਵਾਲੀ ਦੋਨੋਂ ਉੱਚੀ ਉੱਚੀ ਬੈਣ ਪਾ ਕੇ ਰੋ ਰਹੇ ਹਨ। ਪਿੱਟ ਸਿਆਪਾ ਕਰੀਏ ਘਰਵਾਲੀ ਆਪਣੇ ਪੁੱਤਰ ਨੂੰ ਵਾਰ-ਵਾਰ ਆਵਾਜ਼ਾਂ ਮਾਰਦੀ ਹੈ, ਪਰ ਜੇ ਪੁੱਤਰ ਉੱਥੇ ਹੋਵੇ ਤਾਂ ਹੀ ਉੱਠੇ, ਉੱਥੇ ਡੈੱਡ ਬੋਡੀ ਪਈ ਹੋਈ ਹੈ। ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੋਏ ਨੇ, ਨਾਲ ਭਾਈ ਮਰਦਾਨਾ ਜੀ ਹਨ। ਕਹਿੰਦੇ ਨੇ ਪਾਤਸ਼ਾਹ ਦੇ ਸਰਵਣਾਂ ਦੇ ਵਿੱਚ ਇਹ ਆਵਾਜ਼ ਪਈ, ਰੋਣ ਦੇ ਕੀਰਨਿਆਂ ਦੀ ਆਵਾਜ਼ ਪਈ ਹੈ। ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਕੀ ਹੈ? ਤੇ ਅੱਗੋਂ ਭਾਈ ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਜੀ ਮੈਨੂੰ ਕੀ ਪੁੱਛਦੇ ਹੋ, ਆਪ ਜੀ ਤਾਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ। ਜੇ ਤੁਹਾਡਾ ਹੁਕਮ ਹੋਵੇ ਫਿਰ ਮੈਂ ਦੱਸਦਾ ਹਾਂ। ਸਤਿਗੁਰੂ ਇਸ ਨਗਰ ਵਿੱਚ ਇੱਕ ਲੱਖਪਤੀਆ ਨਾਮੇ ਸੇਠ ਰਹਿੰਦਾ ਏ, ਜਿਹਦਾ ਇਕਲੌਤਾ ਪੁੱਤਰ ਸੀ, ਤੇ ਪੁੱਤਰ ਚੜ੍ਹਾਈ ਕਰ ਗਿਆ। ਪੁੱਤਰ ਚੜ੍ਹਾਈ ਕਰਨ ਕਰਕੇ ਦੋਨੋਂ ਪਤੀ ਪਤਨੀ ਉੱਚੀ ਉੱਚੀ ਰੋ ਰਹੇ ਨੇ, ਬੈਣ ਪਾ ਰਹੇ ਹਨ। ਤੇ ਸਤਿਗੁਰੂ ਇਸ ਕਰਕੇ ਇਹ ਰੋਲਾ ਆਵਾਜ਼ਾਂ ਆ ਰਹੀਆਂ ਨੇ। ਹੁਣ ਦੀਨ ਦਿਆਲੂ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਦਾ ਠੀਕ ਨਹੀਂ, ਆਪਾਂ ਇਹਨਾਂ ਨੂੰ ਜਾ ਕੇ ਸਮਝਾਈਏ ਕਿ ਜੰਮਣ ਮਰਨਾ ਜਿਹੜਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਤੇ ਵਾਹਿਗੁਰੂ ਦੇ ਹੁਕਮ ਵਿੱਚ ਜੀਵ ਸੰਸਾਰ ਵਿੱਚ ਆਉਂਦਾ ਤੇ ਹੁਕਮ ਦੇ ਵਿੱਚ ਹੀ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਜੀ ਨੂੰ ਨਾਲ ਲੈ ਕੇ ਉਹ ਸੇਠ ਦੇ ਘਰ ਵਿੱਚ ਪਹੁੰਚੇ, ਤੇ ਲੋਕਾਂ ਦਾ ਬੜਾ ਭਾਰੀ ਉੱਥੇ ਇਕੱਠ ਹੋਇਆ। ਇੱਕ ਤਾਂ ਨੌਜਵਾਨ ਪੁੱਤਰ ਸੀ, ਇੱਕ ਗੁਰੂ ਸਰੇ ਉਹ ਅਮੀਰ ਸੀ, ਸੇਠ ਸੀ। ਸਾਰੇ ਉੱਥੇ ਗਰੀਬ ਅਮੀਰ ਸਾਰੇ ਇਕੱਠੇ ਹੋਏ ਸਨ।
ਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਪਹੁੰਚੇ ਤੇ ਗੁਰੂ ਨਾਨਕ ਪਾਤਸ਼ਾਹ ਚਰਨਾਂ 'ਚ ਉਹ ਬੇਨਤੀ ਕਰਨ ਲੱਗਿਆ ਕਿ ਪਾਤਸ਼ਾਹ ਕਿਰਪਾ ਕਰੋ, ਮੇਰੇ ਬੱਚੇ ਨੂੰ ਠੀਕ ਕਰੋ। ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਇਹ ਪ੍ਰਮਾਤਮਾ ਦਾ ਹੁਕਮ ਹੈ, ਹੁਕਮ ਤੋਂ ਬਾਹਰ ਆ ਕੁਝ ਵੀ ਕਾਰਜ ਨਹੀਂ ਹੋ ਰਿਹਾ। ਜੇ ਅੱਜ ਤੇਰਾ ਪੁੱਤਰ ਗਿਆ ਤੇ ਤੇਰੇ ਪੁੱਤਰ ਨਾਲ ਤੇਰਾ ਇੰਨਾ ਕੁ ਸੰਬੰਧ ਲਿਖਿਆ ਹੋਇਆ ਸੀ, ਬਸ ਇਹ ਤੋਂ ਬਾਅਦ ਇੱਕ ਵੀ ਦਿਨ ਨਹੀਂ ਆਪਾਂ ਭੋਗ ਸਕਦੇ ਹਾਂ। ਜਦੋਂ ਕਿਸੇ ਦਾ ਵਿਛੋੜਾ ਪੈਂਦਾ, ਪਤੀ ਪਤਨੀ ਹੈ, ਪਤੀ ਚੜ੍ਹਾਈ ਕਰ ਜਾ ਜਾਂ ਪਤਨੀ ਚੜ੍ਹਾਈ ਕਰ ਜਾਵੇ, ਅਸਲ ਵਿੱਚ ਉਨਾ ਕੁ ਸੰਬੰਧ ਲਿਖਿਆ ਹੁੰਦਾ ਹੈ। ਜੋ ਸੰਬੰਧ ਖਤਮ ਹੋ ਗਿਆ ਤੇ ਵਿਛੋੜਾ ਪੈ ਜਾਂਦਾ। ਆਪਾਂ ਕਹਿੰਦੇ ਫਲਾਣਾ ਚੜ੍ਹਾਈ ਕਰ, ਫਲਾਣੀ ਦੀ ਮੌਤ ਹੋ ਗਈ ਹੈ, ਅਸਲ ਵਿੱਚ ਉਹ ਉੱਥੇ ਸੰਬੰਧ ਸੰਜੋਗ ਮੁੱਕ ਜਾਂਦੇ ਨੇ ਤੇ ਵਿਛੋੜਾ ਪੈ ਜਾਂਦਾ ਹੈ। ਤੇ ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾਇਆ, ਕਹਿਣ ਲੱਗੇ ਭਾਈ ਨਹੀਂ, ਇਸ ਤਰ੍ਹਾਂ ਰੋਣਾ ਨਾ ਕਰੋ। ਇਹ ਤਾਂ ਹੁਣ ਡੈੱਡ ਬੋਡੀ ਹੈ, ਸਰੀਰ ਹੈ, ਜਿਹੜੀ ਆਤਮਾ ਤਾਂ ਅਮਰ ਹੈ, ਆਤਮਾ ਨਹੀਂ ਮਰਦੀ। ਆਤਮਾ ਤਾਂ ਸਦਾ ਹੀ ਅਮਰ ਹੈ। ਜਦੋਂ ਇਹ ਰੋਣੋਂ ਨਹੀਂ ਹਟੇ ਤੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਬਾ ਕਮਾਲ ਦੇ ਬਚਨ ਕੀਤੇ। ਸਤਿਗੁਰੂ ਕਹਿਣ ਲੱਗੇ ਦੇਖੋ ਕਿ ਜਦੋਂ ਪ੍ਰਮਾਤਮਾ ਨੇ ਸਰੀਰ ਬਣਾਇਆ, ਸਰੀਰ ਬਣਾ ਕੇ ਸਤ ਪ੍ਰਮਾਤਮਾ ਨੇ ਸਰੀਰ ਦੀਆਂ 9 ਗੋਲਕਾਂ ਰੱਖਣਾ ਕੀਤੀਆਂ, ਜਿਨ੍ਹਾਂ ਦੇ ਮੁਖ ਖੁੱਲੇ ਨੇ। ਇੱਕ 10ਵੀਂ ਗੋਲਕ ਹੈ ਜਿਹਦਾ ਦਰਵਾਜ਼ਾ ਬਿਲਕੁਲ ਬੰਦ ਹੈ, ਜਿਹਨੂੰ 10ਵਾਂ ਦੁਆਰਾ ਆਖਿਆ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਦੇਖੋ ਬਾ ਕਮਾਲ ਦੀ ਗੱਲ ਹੈ ਕਿ ਕਿਸੇ ਗੁਬਾਰੇ ਦੇ ਵਿੱਚ ਆਪਾਂ ਹਵਾ ਭਰੀਏ ਨਾ, ਤੇ ਹਵਾ ਭਰੀਏ ਤੇ ਉਹ ਹਵਾ ਜਿਹਦਾ ਮੂੰਹ ਆਪਾਂ ਮੂਹਰੋਂ ਬੰਦ ਕਰਦਾ ਫਿਰ ਤਾਂ ਹਵਾ ਅੰਦਰ ਟਿਕ ਜਾਵੇਗੀ, ਪਰ ਜਦੋਂ ਉਹਦਾ ਮੂੰਹ ਖੋਲ੍ਹ ਦਿੱਤਾ ਜਾਵੇ ਤੇ ਉਹ ਹਵਾ ਉਹ ਬਾਹਰ ਨਿਕਲ ਆਉਂਦੀ ਹੈ। ਪਰ ਕਹਿੰਦੇ ਦੇਖੋ ਪਰਮਾਤਮਾ ਨੇ 9 ਸੁਰਾਖ ਇਸ ਸਰੀਰ 'ਚ ਕੀਤੇ ਨੇ, ਤੇ ਵਿੱਚ ਜਿਹੜੀ ਜਿੰਦ ਹੈ ਇੱਕ ਹਵਾ ਦੀ ਨਿਆਈ ਹੈ। ਪਵਣੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੁਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਕਿ ਦੇਖੋ ਕਿੰਨੀ ਵੱਡੀ ਕਿਸ ਤਰ੍ਹਾਂ ਪਰਮਾਤਮਾ ਨੇ ਖੇਡ ਵਰਤਾਣਾ ਕੀਤੀ ਹੈ। ਕਹਿੰਦੇ ਸਰੀਰ ਗੁਫਾ ਦੇ ਵਿੱਚ ਵਾਹਿਗੁਰੂ ਨੇ ਕਹਿੰਦੇ ਇਹ ਹਵਾ ਟਿਕਾਈ ਹੈ, ਤੇ ਜਿਹੜੀ ਟਿਕੀ ਹੋਈ ਹਵਾ ਕਿਸੇ ਵੀ ਦਰਵਾਜ਼ੇ ਰਾਹੀਂ ਉਹ ਬਾਹਰ ਆ ਸਕਦੀ ਹੈ। ਮੁੱਖ ਦੇ ਰਾਹੀਂ ਵੀ ਆ, ਨਾਸਾਂ ਦੇ ਰਾਹੀਂ ਵੀ ਆ, ਕੰਨਾਂ ਦੇ ਰਾਹੀਂ ਵੀ ਆ ਸਕਦੀ ਹੈ, ਕਿਸੇ ਵੀ ਰਾਹ ਰਾਹੀਂ ਬਾਹਰ ਆ ਸਕਦੀ ਹੈ। ਜਦੋਂ ਹਵਾ ਉਹ ਬਾਹਰ ਨਿਕਲ ਗਈ ਤੇ ਫਿਰ ਸਰੀਰ ਇਕੱਲਾ ਰਹਿ ਜਾਂਦਾ। ਉਦੋਂ ਕਹਿੰਦੇ ਕਿ ਇਹ ਮਨੁੱਖ ਚੜ੍ਹਾਈ ਕਰ ਗਿਆ, ਮਨੁੱਖ ਦੀ ਮੌਤ ਹੋ ਗਈ ਹੈ। ਤੇ ਦੀਨ ਦਿਆਲੂ ਸਤਿਗੁਰੂ ਸਮਝਾਇਆ ਕਿ ਭਾਈ ਪਰਮਾਤਮਾ ਦੀ ਰਜਾ ਹੈ, ਭਾਣਾ ਹੈ, ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਉਸ ਮਾਲਕ ਦੇ ਤੁਹਾਡੇ ਰੋਣ ਦੇ ਨਾਲ ਤੁਹਾਡਾ ਬੱਚਾ ਜਿਉਂਦਾ ਨਹੀਂ ਹੋਣਾ ਹੈ। ਜਿਹੜਾ ਚਲਿਆ ਗਿਆ ਉਹ ਚਲਿਆ ਗਿਆ। ਤੁਸੀਂ ਬੈਠ ਕੇ ਉਸ ਵਾਹਿਗੁਰੂ ਦੀ ਇਬਾਦਤ ਕਰੋ ਤੇ ਮਾਲਕ ਨੇ ਤੁਹਾਨੂੰ ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ, ਤੁਹਾਡਾ ਮਨੁੱਖਾ ਜਨਮ ਸਫਲਾ ਹੋਵੇਗਾ। ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਉਪਦੇਸ਼ ਸੁਣਿਆ, ਇਹਨਾਂ ਦੇ ਮਨ ਨੂੰ ਸ਼ਾਂਤੀ ਮਿਲੀ, ਇਹ ਗੁਰੂ ਗੁਰੂ ਜਪਣ ਲੱਗੇ। ਸੋ ਗੁਰੂ ਸਵਾਰੇ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਵਚਨ ਕਰਦੇ ਨੇ। ਕਹਿੰਦੇ ਨੇ ਗੱਲ ਚੱਲ ਰਹੀ ਸੀ ਕਿ ਜਦੋਂ ਜੀਵ ਜਨਮ ਲੈ ਕੇ ਆਉਂਦਾ ਉਦੋਂ ਪਤਾ ਨਹੀਂ ਜੀਵ ਕਿੱਥੋਂ ਆਉਂਦਾ ਹੈ। ਮਰਨ ਜਦੋਂ ਜੀਵ ਮਰਦਾ ਹੈ ਤੇ ਮਰਨ ਤੋਂ ਬਾਅਦ ਵੀ ਇਹ ਨਹੀਂ ਪਤਾ ਲੱਗਦਾ ਕਿ ਜੀਵ ਗਿਆ ਕਿੱਥੇ ਹੈ, ਗਿਆ ਕਿੱਥੇ ਹੈ, ਇਹਦੇ ਬਾਅਦ ਸਾਨੂੰ ਨਹੀਂ ਪਤਾ, ਅੰਦਾਜ਼ੇ ਲਾਏ ਜਾਂਦੇ ਨੇ। ਪਰ ਜਦੋਂ ਗੁਰਬਾਣੀ ਪੜ੍ਹਦੇ ਆ ਤੇ ਗੁਰਬਾਣੀ ਕਹਿੰਦੀ ਹੈ ਕਿ ਭਾਈ ਜਿਸ ਪਰਮਾਤਮਾ ਵਿੱਚੋਂ ਉਹ ਜੀਵ ਪੈਦਾ ਹੋਇਆ ਸੀ ਨਾ, ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦਾ ਹੈ। ਕਿਉਂਕਿ ਆਤਮਾ ਆਪਾਂ ਜਿੰਨੀ ਵੀ ਸਾਰੀਆਂ ਆਤਮਾ ਨੇ, ਆਤਮਾ ਕਿੱਥੋਂ ਪੈਦਾ ਹੋਈਆਂ? ਪਰਮ ਆਤਮਾ ਜਿਹੜਾ ਪਰਮਾਤਮਾ ਸਾਰਿਆਂ ਦਾ ਮਾਲਕ ਹੈ, ਉਹਦੇ ਵਿੱਚੋਂ ਇਹ ਆਤਮਾ ਪ੍ਰਗਟ ਹੋਈਆਂ ਤੇ ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦੀਆਂ ਨੇ। ਜਿਵੇਂ ਪਾਣੀ ਦੇ ਬੁਲਬੁਲੇ, ਪਾਣੀ ਵਿੱਚੋਂ ਬੁਲਬੁਲੇ ਪੈਦਾ ਹੁੰਦੇ ਨੇ ਤੇ ਬੁਲਬੁਲੇ ਜਦੋਂ ਗੁਰੂ ਸਾਰੇ ਉਹ ਖਤਮ ਹੁੰਦੇ ਨੇ ਤੇ ਉਹ ਫਿਰ ਪਾਣੀ ਵਿੱਚ ਹੀ ਪਾਣੀ ਦਾ ਰੂਪ ਬਣ ਜਾਂਦੇ ਨੇ।
ਇਸੇ ਤਰ੍ਹਾਂ ਜਿਹੜੇ ਜੀਵ ਸੰਸਾਰ ਜਨਮ ਲੈ ਕੇ ਆਉਂਦੇ ਨੇ ਨਾ, ਉਹ ਫਿਰ ਮਰਨ ਤੋਂ ਬਾਅਦ ਅਸਲ ਵਿੱਚ ਪਰਮਾਤਮਾ ਦੇ ਕੋਲ ਹੀ ਜਾਂਦੇ ਨੇ, ਅਤੇ ਪਰਿਪੂਰਨ ਪਰਮਾਤਮਾ ਅੱਗੋਂ ਫਿਰ ਉਹਨਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਅਤੇ ਉਹੋ ਜਿਹਾ ਫਲ ਉਹਨੂੰ ਦਿੰਦੇ ਨੇ, ਉਹੋ ਜਿਹਾ ਅੱਗੋਂ ਸਰੀਰ ਮਿਲਦਾ ਹੈ। ਜਿਨ੍ਹਾਂ ਨੇ ਆਪਣੀ ਸਵਾਸਾਂ ਰੂਪੀ ਪੂੰਜੀ ਦੇ ਰਾਹੀਂ ਮਾਲਕ ਨੂੰ ਚੇਤੇ ਕੀਤਾ, ਅਤੇ ਉਹਨਾਂ ਦਾ ਫਿਰ ਮਨੁੱਖਾ ਜਨਮ ਬਿਲਕੁਲ ਸਫਲਾ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਜੀਵ ਅਣਜਾਣ ਹੈ, ਬਿਲਕੁਲ ਬੇਸਮਝ ਹੈ, ਪਰ ਕਹਿੰਦੇ ਜਦੋਂ ਪਰਮਾਤਮਾ ਦੀ ਇਬਾਦਤ ਸ਼ੁਰੂ ਕਰ ਦਿੱਤੀ, ਗੁਰੂ ਵਾਲੇ ਬਣ ਗਏ, ਗੁਰੂ ਨੇ ਗਿਆਨ ਬਖਸ਼ਿਸ਼ ਕੀਤਾ, ਫਿਰ ਕੀ ਹੋਇਆ? ਗੁੱਜੜਾ ਲੱਦਮ ਲਾਲ ਮੱਥੈ ਹੀ ਪ੍ਰਗਟ ਥਿਆ। ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਲਾਲ ਦੀ ਨੇ ਕੀਮਤੀ ਹੈ। ਕਹਿੰਦੇ ਉਹ ਗੁਆਚਿਆ ਹੋਇਆ ਸੀ, ਗੋਹਜ ਰੱਖਿਆ ਸੀ ਵਾਹਿਗੁਰੂ ਨੇ, ਉਹ ਗੁੱਜੜਾ ਜਿਹੜਾ ਲੁਕਿਆ ਹੋਇਆ ਸੀ, ਲੱਦਮ ਉਹ ਲੱਭ ਗਿਆ। ਕਹਿੰਦੇ ਲੱਭਿਆ, ਜਦੋਂ ਲੱਭਿਆ ਤੇ ਮੱਥੇ ਹੀ ਪ੍ਰਗਟ, ਮੱਥੇ ਦੇ ਵਿੱਚ ਪਰਮਾਤਮਾ ਨੇ ਬਖਸ਼ਿਸ਼ ਕਰਕੇ ਉਹ ਦਿਵ ਜੋਤ ਜਗਾ ਦਿੱਤੀ, ਤੇ ਉਹ ਪਰਮਾਤਮਾ ਦਾ ਨਾਮ ਪ੍ਰਗਟ ਹੋ ਗਿਆ। ਸੋਈ ਸੁਹਾਵਾ ਥਾਨ ਜਿੱਥੈ ਪਿਰੀਏ ਨਾਨਕ ਜੀ ਤੂੰ ਬੁੱਠਿਆ। ਕਹਿੰਦੇ ਫਿਰ ਉਹ ਥਾਨ ਜਿਹੜੀ ਹੈ, ਧਰਤੀ ਹੈ, ਉਹ ਸੋਭਨੀਕ ਹੋ ਗਈ, ਜਿੱਥੇ ਪਿਰੀਏ ਪਿਰ ਜੀ ਨੂੰ, ਪਤੀ ਜੀ ਨੂੰ ਕਹਿੰਦੇ ਬੁੱਠਿਆ ਪ੍ਰਾਪਤ ਕਰ ਲਿਆ, ਪਰ ਜਿੱਥੇ ਫਿਰ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਗਿਆ, ਅਸਲ ਵਿੱਚ ਉਹ ਜਿਹੜੀ ਥਾਂ ਹੈ ਪੂਜਨਿਕ ਬਣ ਜਾਂਦੀ ਹੈ। ਅਤੇ ਗੁਰੂ ਸਵਾਰਿਓ, ਗੱਲ ਹੈ ਹਿਰਦੇ ਅੰਦਰ ਵਾਹਿਗੁਰੂ ਨੂੰ ਪ੍ਰਗਟ ਕਰਨਾ। ਜਦੋਂ ਪ੍ਰਗਟ ਕਿਵੇਂ ਹੋ? ਜਦੋਂ ਆਪਾਂ ਦਿਨ ਰਾਤ ਉਸ ਮਾਲਕ ਨੂੰ ਚੇਤੇ ਕਰਾਂਗੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਦਿਹਾੜਾ ਆਪਾਂ ਮਨਾ ਰਹੇ ਹਾਂ। ਆਪ ਜੀ ਨੇ ਕੁਝ ਕੁ ਦਿਨ ਪਹਿਲਾਂ ਸਰਵਣ ਕੀਤਾ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਅੰਤਮ ਸਮਾਂ ਜਿਹੜਾ ਸੀ, ਜ਼ਿੰਦਗੀ ਦੇ ਤਕਰੀਬਨ 18 ਸਾਲ ਜਿਹੜੇ ਨੇ ਉਹ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਤੀਤ ਕੀਤੇ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਪਾਤਸ਼ਾਹ ਨੇ ਡੇਰਾ ਲਾਇਆ, ਅਤੇ ਇੱਥੇ ਹੀ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ, ਜੋ 1532 ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਸਤਿਗੁਰੂ ਦਾ ਉਹਦਾ ਨਾਲ ਮਿਲਾਪ ਹੁੰਦਾ ਹੈ, ਅਤੇ 1532 ਤੋਂ ਲੈ ਕੇ 1539 ਤੱਕ ਤਕਰੀਬਨ 7 ਸਾਲ ਬਣਦੇ ਨੇ। ਇੰਨਾ ਸਮਾਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਟਹਿਲ ਸੇਵਾ ਕੀਤੀ, ਹੁਕਮ ਮੰਨਿਆ, ਅਤੇ ਹੁਕਮ ਮੰਨ ਕੇ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਏ। ਅੰਤਮ ਸਮਾਂ ਜਾਣ ਕੇ ਜੋ ਬਹੁਤ ਸਾਰੀਆਂ ਪਰਖਾਂ ਕੀਤੀਆਂ, ਆਪ ਜੀ ਸਾਰੇ ਇਤਿਹਾਸ ਤੋਂ ਭਲੀ ਭਾਂਤ ਜਾਣੂ, ਅਤੇ ਸਤਿਗੁਰੂ ਹਰੇਕ ਪਰਖ ਵਿੱਚੋਂ ਭਾਈ ਲਹਿਣਾ ਜੀ ਪਾਸ ਹੋਏ ਨੇ। ਅਤੇ ਇੱਥੋਂ ਤੱਕ ਭਾਈ ਲਹਿਣੇ ਦੇ ਜੀਵਨ ਦੀ ਘਟਨਾ ਆਉਂਦੀ ਹੈ। ਕਹਿੰਦੇ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੇਈ 'ਚ ਇਸ਼ਨਾਨ ਕਰਨ ਲਈ ਪ੍ਰਵੇਸ਼ ਹੋਏ ਨੇ ਨਦੀ ਦੇ ਵਿੱਚ, ਅਤੇ ਰਾਵੀ ਦਰਿਆ ਦੇ ਵਿੱਚ, ਅਤੇ ਉਦੋਂ ਸਤਿਗੁਰੂ ਮਹਾਰਾਜ ਦੇ ਨਾਲ ਭਾਈ 3 ਸਿੱਖ ਸੀ, 4 ਸਿੱਖ, ਭਾਈ ਲਹਿਣਾ ਜੀ, ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਅਤੇ ਭਾਈ ਸਧਾਰਨ ਜੀ। ਅਤੇ ਉਦੋਂ ਸਤਿਗੁਰੂ ਨੇ ਗੜਿਆਂ ਦੀ ਵਰਖਾ ਕਰਵਾਈ। ਬਾਕੀ ਜਿਹੜੇ ਸਿੱਖ ਸਨ ਸਾਰੇ ਉੱਥੋਂ ਚਲੇ ਗਏ, ਅਤੇ ਕੇਵਲ ਭਾਈ ਲਹਿਣਾ ਜੀ ਰਹਿ ਗਏ ਸਨ, ਜਿਨ੍ਹਾਂ ਨੇ ਆਪਣੇ ਸਰੀਰ ਉੱਤੇ ਸਾਰੇ ਗੜਿਆਂ ਦੀ ਮਰ ਝਲਣਾ ਕੀਤੀ, ਅਤੇ ਗੜੇ ਝੱਲੇ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਏ। ਅਤੇ ਦੀਨ ਦਿਆਲੂ ਸਤਿਗੁਰੂ ਨਦੀ 'ਚੋਂ ਬਾਹਰ ਆਏ, ਭਾਈ ਲਹਿਣੇ ਦੇ ਸਿਰ ਉੱਤੇ ਹੱਥ ਫੇਰਿਆ, ਭਾਈ ਲਹਿਣਾ ਸਰਜੀਵ ਹੋਏ। ਸਤਿਗੁਰੂ ਮਹਾਰਾਜ ਨੇ ਬਚਨ ਕੀਤੇ, ਭਾਈ ਲਹਿਣਿਆ ਜਦੋਂ ਸਾਰੇ ਚਲੇ ਗਏ ਤੂੰ ਕਿਉਂ ਨਹੀਂ ਗਿਆ, ਤੂੰ ਵੀ ਚਲਿਆ ਜਾਂਦਾ। ਅਤੇ ਅੱਗੋਂ ਭਾਈ ਲਹਿਣੇ ਜੀ ਨੇ ਹੱਥ ਜੋੜੇ, ਕਹਿਣ ਲੱਗਿਆ ਕਿ ਪਾਤਸ਼ਾਹ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਕਿਸੇ ਨੂੰ ਕਿਸੇ ਦਾ ਸਹਾਰਾ ਹੈ, ਕਿਸੇ ਨੂੰ ਕਿਸੇ ਦਾ ਸਹਾਰਾ ਹੈ, ਪਰ ਮੈਨੂੰ ਨਿਮਾਣੀ ਜਿੰਦ ਨੂੰ ਮੇਰੇ ਮਾਲਕ ਜੀ ਕੇਵਲ ਤੇਰਾ ਹੀ ਸਹਾਰਾ ਹੈ। ਮੈਂ ਤੈਨੂੰ ਛੱਡ ਕੇ ਕਿੱਥੇ ਜਾਂਦਾ, ਮੇਰਾ ਆਪ ਜੀ ਤੋਂ ਬਿਨਾਂ ਕੋਈ ਨਹੀਂ ਹੈ। ਫਿਰ ਗੁਰੂ ਸਵਾਰ ਜਦੋਂ ਸਤਿਗੁਰੂ ਨੇ ਧਾਰਨਕ ਰੂਪ ਧਾਰਨ ਕੀਤਾ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੋਕੈ ਬਹੁਤ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਰਨਕ ਰੂਪ ਰਹਾ ਕਰਤਾਰ। ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ।
ਕਿ ਸਤਿਗੁਰੂ ਮਹਾਰਾਜ ਦਾ ਇਹ ਸ਼੍ਰੀ ਰਾਗ ਦੇ ਵਿੱਚ ਸਤਿਗੁਰੂ ਜੀ ਦਾ ਇਹ ਪਾਵਨ ਬਚਨ ਹੈ। ਅੰਤਮ ਸਮਾਂ ਜਾਣ ਕੇ ਪਾਤਸ਼ਾਹ ਜੀ ਨੇ ਧਾਨਕ ਰੂਪ ਧਾਰਨ ਕੀਤਾ, ਆਪਣੇ ਹੱਥ 'ਚ ਕੁੱਤਕਾ ਪਕੜ ਲਿਆ, ਕੁੱਤੇ ਤੇ ਕੁੱਤੀਆਂ ਨਾਲ ਲੜਾਂ ਕੀਤੀਆਂ ਤੇ ਸਤਿਗੁਰੂ ਜੰਗਲ ਵਾਲੇ ਪਾਸੇ ਨੂੰ ਜਾ ਰਹੇ ਨੇ। ਤੇ ਬਹੁਤ ਸਾਰੀਆਂ ਸੰਗਤਾਂ ਗੁਰੂ ਕੇ ਸਿੱਖ ਪਾਤਸ਼ਾਹ ਦੇ ਨਾਲ, ਜਦੋਂ ਰਸਤੇ ਵਿੱਚ ਪਾਤਸ਼ਾਹ ਜਿਹੜਾ ਅੱਗੇ ਆਉਂਦਾ ਤੇ ਬੜੀ ਜ਼ੋਰ ਦੀ ਪਾਤਸ਼ਾਹ ਡੰਡਾ ਮਾਰਦੇ ਨੇ, ਸੋਟੀ ਮਾਰਦੇ ਨੇ, ਕੁੱਤਕਾ ਮਾਰਦੇ ਤੇ ਕੁੱਤਕੇ ਤੋਂ ਡਰਦੇ ਹੋਏ ਬਹੁਤ ਸਾਰੇ ਵਾਪਸ ਮੁੜ ਗਏ। ਜਿਹੜੇ ਨਾਲ ਤੁਰੇ ਨੇ ਕਹਿੰਦੇ ਪਾਤਸ਼ਾਹ ਅਸੀਂ ਤਾਂ ਆਪ ਜੀ ਨਾਲ ਹੀ ਜਾਣਾ ਹੈ, ਜਿੱਥੇ ਆਪ ਜੀ ਜਾਣਗੇ ਉੱਥੇ ਅਸੀਂ ਨਾਲ ਜਾਵਾਂਗੇ। ਤੇ ਦੀਨ ਦਿਆਲੂ ਸਤਿਗੁਰੂ ਜੀ ਨੇ ਕਹਿੰਦੇ ਜਿਹੜੇ ਮਾਇਆ ਦੇ ਉਪਾਸਕ ਸੀ ਨਾ, ਸਤਿਗੁਰੂ ਨੇ ਮਾਇਆ ਦੀ ਵਰਖਾ ਕਰਵਾਈ ਹੈ, ਮਾਇਆ ਦੀ ਵਰਖਾ ਕੀਤੀ ਤੇ ਮਾਇਆ ਨੂੰ ਪ੍ਰਾਪਤ ਕਰਨ ਲਈ ਗੁਰੂ ਦੇ ਲੜ ਲੱਗੇ ਸੀ, ਉਹ ਉਹਨਾਂ ਨੇ ਮਾਇਆ ਚੁੱਕੀ ਤੇ ਆਪਣੇ ਆਪਣੇ ਘਰਾਂ ਨੂੰ ਦੌੜ ਗਏ। ਤੇ ਇਸੇ ਤਰ੍ਹਾਂ ਫਿਰ ਅਖੀਰ ਤੇ ਕਹਿੰਦੇ ਜਦੋਂ ਜੰਗਲ ਵਿੱਚ ਪਹੁੰਚੇ, ਬੀਆਬਾਨ ਜੰਗਲ ਵਿੱਚ, ਤੇ 4 ਸਿੱਖ ਰਹਿ ਗਏ ਸੀ, ਭਾਈ ਲਹਿਣਾ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਤੇ ਬਾਬਾ ਬੁੱਢਾ ਸਾਹਿਬ ਜੀ। ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਭਾਈ ਸਾਰੇ ਚਲੇ ਗਏ, ਤੁਸੀਂ ਕਿਉਂ ਨਹੀਂ ਜਾਂਦੇ, ਤੁਸੀਂ ਵੀ ਜਾਵੋ। ਤੇ ਅੱਗੋਂ ਕਹਿਣ ਲੱਗੇ ਕਿ ਪਾਤਸ਼ਾਹ ਅਸੀਂ ਆਪ ਜੀ ਦੇ ਸਿੱਖ ਹਾਂ, ਆਪ ਜੀ ਨੂੰ ਛੱਡ ਕੇ ਨਹੀਂ ਜਾਵਾਂਗੇ। ਤੇ ਪਾਤਸ਼ਾਹ ਕਹਿਣ ਲੱਗੇ ਮੇਰੇ ਸਿੱਖ ਨੇ? ਕਹਿਣ ਲੱਗੇ ਹਾਂਜੀ ਸਤਿਗੁਰੂ ਤੁਹਾਡੇ ਸਿੱਖ ਹਾਂ। ਤੇ ਗੁਰੂ ਪਾਤਸ਼ਾਹ ਕਹਿੰਦੇ ਠੀਕ ਹੈ, ਉਹ ਦੇਖੋ ਸਾਹਮਣੇ ਡੈੱਡ ਬੋਡੀ ਮੁਰਦਾ ਪਿਆ ਹੋਇਆ। ਕਹਿੰਦੇ ਵਾਕਈ ਮੇਰੇ ਸਿੱਖ ਹੋ, ਫਿਰ ਤੁਸੀਂ ਇੰਝ ਕਰੋ ਕਿ ਉਹ ਸਾਹਮਣੇ ਮੁਰਦੇ ਨੂੰ ਖਾਣਾ ਕਰੋ। ਜਦੋਂ ਮੁਰਦਾ ਖਾਣ ਦੀ ਵਾਰੀ ਆਈ ਤੇ 3 ਅਲੋਪ ਹੋ ਗਏ। ਭਾਈ ਲਹਿਣਾ ਜੀ ਖਲੋਤੇ ਨੇ, ਹੱਥ ਜੋੜੇ ਹੋਏ ਨੇ, ਦੀਨ ਦਿਆਲ ਨੀਵੀਂ ਪਾਈ ਹੋਈ ਹੈ, ਸਤਿਗੁਰ ਦੇ ਚਰਨਾਂ ਵੱਲ ਦੇਖ ਰਹੇ ਨੇ, ਕਿਉਂਕਿ ਇੰਨੀ ਕਿਸੇ ਤਾਕਤ ਨਹੀਂ ਸੀ ਜਿਹੜਾ ਦੀਨ ਦਿਆਲੂ ਗੁਰੂ ਨਾਨਕ ਪਾਤਸ਼ਾਹ ਦੇ ਨੇਤਰਾਂ ਵਿੱਚ ਨੇਤਰ ਪਾ ਗੱਲ ਕਰ ਸਕੇ। ਤੇ ਨੀਵੀਂ ਪਾ ਕੇ ਸਤਿਗੁਰ ਦੇ ਚਰਨਾਂ ਵੱਲ ਧਿਆਨ ਹੈ, ਚਰਨਾਂ ਵੱਲ ਦੇਖ ਰਹੇ ਨੇ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਲਹਿਣਿਆ ਤੂੰ ਕਿਉਂ ਨਹੀਂ ਗਿਆ, ਸਾਰੇ ਚਲੇ ਗਏ। ਤੇ ਭਾਈ ਲਹਿਣੇ ਦੇ ਨੇਤਰਾਂ 'ਚੋਂ ਹੰਝੂ ਡਿੱਗੇ, ਬਰਾਗ ਵਿੱਚ ਆਏ ਤੇ ਕਹਿਣ ਲੱਗੇ ਕਿ ਪਾਤਸ਼ਾਹ ਮੇਰਾ ਆਪ ਜੀ ਤੋਂ ਬਿਨਾਂ ਕੋਈ ਹੈ ਹੀ ਨਹੀਂ, ਮੈਂ ਕਿੱਥੇ ਜਾਵਾਂ। ਜੋ ਦੀਨ ਦਿਆਲੂ ਸਤਿਗੁਰ ਨੇ ਬਚਨ ਸੁਣੇ ਤੇ ਪਾਤਸ਼ਾਹ ਕਹਿਣ ਲੱਗੇ ਜੇ ਮੇਰਾ ਤੇਰਾ ਕੋਈ ਨਹੀਂ ਹੈ। ਤੇ ਪਾਤਸ਼ਾਹ ਕਹਿਣ ਲੱਗੇ ਸਾਡੇ ਹੁਕਮ ਦੀ ਪਾਲਣਾ ਕਰ। ਮੁਰਦਾ ਛਕ। ਕਹਿਣ ਲੱਗਿਆ ਪਾਤਸ਼ਾਹ ਤੁਸੀਂ ਇਹ ਹੁਕਮ ਕੀਤਾ ਕਿ ਮੁਰਦਾ ਛਕ, ਪਰ ਇਹ ਨਹੀਂ ਆਖਣਾ ਕੀ ਦੱਸਿਆ ਕਿ ਸਿਰ ਵਾਲੇ ਪਾਸੇ ਤੋਂ ਖਾਵਾਂ ਜਾਂ ਪੈਰ ਵਾਲੇ ਪਾਸੇ ਤੋਂ। ਤੇ ਦੀਨ ਦਿਆਲੂ ਸਤਿਗੁਰੂ ਕਹਿਣ ਲੱਗੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਹੀ ਛਕਣਾ ਕਰ। ਭਾਈ ਲਹਿਣੇ ਜੀ ਨੇ 7 ਵਚਨ ਕਹਿ ਕੇ ਮੁਰਦੇ ਉੱਤੇ ਜਦੋਂ ਕੱਪੜਾ ਚੁੱਕਿਆ, ਇਤਿਹਾਸਕਾਰ ਲਿਖਦੇ 3 ਮੇਲ ਦੀ ਕੜਾਹ ਪ੍ਰਸ਼ਾਦੀ ਦੇਗ ਬਣ ਗਈ ਸੀ, ਨਾ ਉੱਥੇ ਮੁਰਦਾ ਨਾ ਕੜਾਹ ਪ੍ਰਸ਼ਾਦੀ, ਸਭ ਕੁਝ ਅਲੋਪ ਹੋ ਗਿਆ। ਤੇ ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਗਲ ਬੱਕੜੀ ਵਿੱਚ ਲੈ ਲਿਆ ਤੇ ਬਚਨ ਕੀਤੇ ਕਿ ਲਹਿਣਿਆ ਤੇਰੀ ਜਿਹੜੀ ਸੇਵਾ ਹੈ ਥਾਂ ਪੈ ਗਈ ਹੈ, ਤੇਰੀ ਸੇਵਾ ਥਾਂ ਪੈ ਗਈ ਹੈ, ਤੇ ਤੂੰ ਸਾਡੇ ਦਰ ਤੇ ਪ੍ਰਵਾਨ ਹੋ ਗਿਆ ਹੈ। ਤੇ ਕਹਿੰਦੇ ਇਸ ਤਰ੍ਹਾਂ ਭਾਈ ਲਹਿਣੇ ਨੂੰ ਨਾਲ ਲੈ ਕੇ ਦਿਆਲੂ ਸਤਿਗੁਰੂ ਫਿਰ ਧਰਮਸ਼ਾਲਾ ਵਿੱਚ ਪਹੁੰਚੇ ਨੇ। ਆਪਣੇ ਪਰਿਵਾਰ ਨੂੰ ਇਕੱਤਰ ਕੀਤਾ, ਬੱਚਿਆਂ ਨੂੰ ਸੱਦਿਆ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਜਗਤ ਮਾਤਾ, ਮਾਤਾ ਸੁਲੱਖਣੀ ਜੀ, ਕਿਉਂਕਿ ਮਾਤਾ ਪਿਤਾ ਪਹਿਲਾਂ ਚੜ੍ਹਾਈ ਕਰ ਚੁੱਕੇ ਨੇ, ਬਾਬਾ ਕਲਿਆਣ ਦਾਸ ਜੀ ਤੇ ਮਾਤਾ ਤ੍ਰਿਪਤਾ ਜੀ ਇਹ ਪਹਿਲਾਂ ਸਰੀਰ ਛੱਡ ਚੁੱਕੇ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਦੇ ਮਹਿਲ ਹਨ ਤੇ ਦੋਨੋਂ ਸਾਹਿਬਜ਼ਾਦੇ ਨੇ। ਦੀਨ ਦਿਆਲੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇਕੱਤਰ ਕੀਤਾ ਤੇ ਇਕੱਤਰ ਕਰਨ ਉਪਰੰਤ ਤੇ ਪਾਤਸ਼ਾਹ ਨੇ ਇਹ ਬਚਨ ਕੀਤੇ ਕਿ ਭਾਈ ਅਸੀਂ ਹੁਣ ਜੋਤੀ ਜੋਤ ਸਮਾਣਾ ਹੈ। ਜੋਤੀ ਜੋਤ ਸਮਾਣ ਤੋਂ ਪਹਿਲਾਂ ਅਸੀਂ ਆਪਣੀ ਗੱਦੀ ਦਾ ਵਾਰਸ ਬਣਾਉਣਾ ਹੈ। ਜਦੋਂ ਗੱਦੀ ਦੇ ਵਾਰਸ ਦੀ ਗੱਲ ਆਈ ਨਾ ਤੇ ਬਾਬਾ ਸ਼੍ਰੀ ਚੰਦ ਜੀ ਆਪਣੇ ਮੁੱਖ ਉੱਤੇ ਹੱਥ ਫੇਰਦੇ ਨੇ ਕਿ ਹੁਣ ਮੈਂ ਗੱਦੀ ਤੇ ਵਾਰਸ ਬਣਾਂਗਾ ਤੇ ਮੈਂ ਵੱਡਾ ਪੁੱਤਰ ਹਾਂ। ਪਰ ਨਵੀਂ ਰੀਤੀ ਪਾਤਸ਼ਾਹ ਨੇ ਪੈਦਾ ਕਰਨੀ ਸੀ। ਕਹਿੰਦੇ ਜਦੋਂ ਗੱਦੀ ਦੀ ਗੱਲ ਆਈ ਤੇ ਮਨ 'ਚ ਉਤਸ਼ਾਹ ਪੈਦਾ ਕਿ ਹੁਣ ਗੁਰੂ ਪਾਤਸ਼ਾਹ ਜੀ ਸਾਰੀ ਸੰਗਤਾਂ
ਸਿੱਖ ਇਹ ਵਿਚਾਰ ਕਰਦੇ ਨੇ ਕਿ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਨੂੰ ਗੁਰਗੱਦੀ ਦੇਣਗੇ, ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਸੰਬੋਧਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਇਸ਼ਾਰਾ ਕੀਤਾ ਤੇ 5 ਪੈਸੇ ਨਾਰੀਅਲ ਲੈ ਕੇ ਆਏ ਤੇ 3 ਪ੍ਰਕਰਮਾਂ ਕੀਤੀਆਂ। ਭਾਈ ਲਹਿਣਾ ਜੀ ਦੇ ਅੱਗੇ 5 ਪੈਸੇ ਨਾਰੀਅਲ ਤੇ ਗੁਰਬਾਣੀ ਦੀ ਜਿਹੜੀ ਪੋਥੀ ਸੀ ਜਿਹਦੇ 'ਚ ਸਤਿਗੁਰੂ ਜੀ ਨੇ ਗੁਰਬਾਣੀ ਲਿਖਣਾ ਕੀਤੀ ਸੀ, ਜਿਹੜੇ ਸ਼ਬਦ ਉਚਾਰੇ ਜਾਂ ਸੰਤਾਂ ਮਹਾਂਪੁਰਖਾਂ ਦੀ ਭਗਤ ਸਾਹਿਬਾਨ ਜਿੱਥੋਂ ਜਿੱਥੋਂ ਬਾਣੀ ਇਕੱਤਰ ਹੋਈ ਆ ਉਹ ਬਾਣੀ ਸਰ ਲਿਖੀ ਹੋਈ ਸੀ, ਉਹ ਗੁਰਬਾਣੀ ਦੀ ਪੋਥੀ ਦੇ ਕੇ 5 ਪੈਸੇ ਨਾਰੀਅਲ ਰੱਖ ਕੇ ਭਾਈ ਲਹਿਣੇ ਜੀ ਨੂੰ ਸਤਿਗੁਰੂ ਗੁਰਗੱਦੀ ਮੱਥਾ ਟੇਕ ਦਿੱਤਾ। ਜਦੋਂ ਮੱਥਾ ਟੇਕਿਆ ਤੇ ਉਦੋਂ ਇਤਰਾਜ਼ ਹੋਇਆ ਤੇ ਆਪਸ 'ਚ ਪੁੱਤਰ ਜਿਹੜੇ ਸਨ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਮਾਤਾ ਜੀ, ਇਹ ਸਾਰੇ ਨਾਰਾਜ਼ ਹੋਏ ਨੇ ਕਿ ਤੁਸੀਂ ਇਹ ਕੀ ਕੀਤਾ, ਸਾਨੂੰ ਛੱਡ ਕੇ ਆਪਣੇ ਸੇਵਕ ਨੂੰ ਗੱਦੀ ਦੇਣਾ ਕੀਤੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਇਹ ਦੁਨਿਆਵੀ ਗੱਦੀ ਨਹੀਂ ਹੈ, ਦੁਨਿਆਵੀ ਰਾਜ ਭਾਗ ਹੁੰਦਾ ਮੈਂ ਤੁਹਾਨੂੰ ਦੇਣਾ ਸੀ, ਪਰ ਇਹ ਪਰਮਾਰਥੀ ਹੈ। ਹਾਂ, ਦੁਨਿਆਵੀ ਤੌਰ 'ਤੇ ਜ਼ਮੀਨ ਜਾਇਦਾਦ ਦੇ ਮਾਲਕ ਜਿਹੜੀ ਇਹ ਭੂਮੀ ਹੈ ਕਰਤਾਰਪੁਰ ਨਗਰ, ਅਸੀਂ ਇਹ ਮੁੱਲ ਲੈ ਕੇ ਵਸਾਣਾ ਕੀਤਾ ਹੈ। ਇਸ ਕਰਤਾਰਪੁਰ ਨਗਰ ਦੇ ਮਾਲਕ ਤੁਸੀਂ ਹੋ, ਪਰ ਜਿਹੜੀ ਗੱਦੀ ਦੇ ਮਾਲਕ ਨੇ ਉਹ ਗੱਦੀ ਦੇ ਮਾਲਕ ਸਾਡੇ ਸੇਵਕ ਭਾਈ ਲਹਿਣਾ ਜੀ ਹਨ। ਭਾਈ ਲਹਿਣਾ ਜੀ ਨੂੰ ਹੁਕਮ ਕਰ ਦਿੱਤਾ ਕਿ ਹੁਣ ਤੁਸੀਂ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਜੋਤ ਜਗਾਣਾ ਕਰੋ। ਤੇ ਜੋ ਇਸ ਤਰ੍ਹਾਂ ਪਾਤਸ਼ਾਹ ਨੇ ਬਚਨ ਕੀਤੇ ਤੇ ਗੁਰੂ ਸਵਾਰਿਓ ਕਹਿੰਦੇ ਨੇ ਹੁਣ ਭਾਈ ਲਹਿਣਾ ਜੀ ਦਾ ਜਿਹੜਾ ਕਦੇ ਵੀ ਸਤਿਗੁਰੂ ਨਾਲ ਵਿਛੋੜਾ ਨਹੀਂ ਪਿਆ ਸੀ। 7 ਸਾਲ ਹੋ ਗਏ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿੰਦਿਆਂ ਨੂੰ, ਤੇ ਕਦੇ ਗੁਰੂ ਨਾਨਕ ਪਾਤਸ਼ਾਹ ਦਾ ਸਾਥ ਨਹੀਂ ਛੱਡਿਆ। ਅੱਜ ਜਦੋਂ ਪਾਤਸ਼ਾਹ ਨੇ ਆਖ ਦਿੱਤਾ ਕਿ ਖਡੂਰ ਸਾਹਿਬ ਧਰਤੀ ਤੇ ਜਾ ਕੇ ਜੋਤ ਜਗਾ, ਇੱਥੇ ਰਵੋਗੇ, ਸਾਡੇ ਪੁੱਤਰ ਝਗੜਾ ਕਰਨਗੇ, ਪਰ ਸਤਿਗੁਰ ਦਾ ਹੁਕਮ ਮੰਨ ਕੇ ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਦੀ ਧਰਤੀ ਤੇ ਆਏ ਨੇ। ਹਾਲੇ ਸਤਿਗੁਰੂ ਜੋਤੀ ਜੋ ਸਮਾਣਾ ਹੈ। ਕਹਿੰਦੇ ਕਈ ਦਿਨ ਸਤਿਗੁਰੂ ਗੁਰਗੱਦੀ ਦੇਣ ਤੋਂ ਬਾਅਦ ਕਈ ਦਿਨ ਸਤਿਗੁਰੂ ਜੀ ਸਰੀਰਕ ਤੌਰ ਤੇ ਸੰਸਾਰ ਵਿੱਚ ਰਹੇ ਨੇ। ਇਤਿਹਾਸਕ ਘਟਨਾ ਇਹ ਵੀ ਆਉਂਦੀ ਹੈ ਕਿ ਜਦੋਂ ਦੀਨ ਦਿਆਲੂ ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਤੇ ਉਸ ਸਮੇਂ ਸਤਿਗੁਰੂ ਜੀ ਆਪਣੇ ਸਿੰਘਾਸਣ ਤੋਂ ਉੱਠ ਕੇ ਸੰਗਤ ਵਿੱਚ ਆ ਕੇ ਬੈਠ ਗਏ। ਜਦੋਂ ਸੰਗਤ ਵਿੱਚ ਆ ਕੇ ਬੈਠੇ ਤੇ ਭਾਈ ਲਹਿਣਾ ਜੀ ਸਿੰਘਾਸਣ ਉੱਤੇ, ਤੇ ਸਾਰੇ ਕਹਿਣ ਲੱਗੇ ਪਾਤਸ਼ਾਹ ਜੀ ਆਪ ਜੀ ਇਹ ਕੀ ਕਰ ਰਹੇ ਹੋ? ਸਤਿਗੁਰੂ ਜੀ ਆਪ ਜੀ ਗੱਦੀ ਦੇ ਮਾਲਕ, ਖੇਤਰ ਸਿੰਘਾਸਣ ਦੇ ਮਾਲਕ, ਤੇ ਆਮ ਸੰਗਤਾਂ ਵਿੱਚ ਆ ਕੇ ਬੈਠ ਰਹੇ ਹੋ। ਤੇ ਸਤਿਗੁਰੂ ਸਿੰਘਾਸਣ ਉੱਤੇ ਬੈਠੋ। ਭਾਈ ਲਹਿਣਾ ਜੀ ਨੇ ਹੱਥ ਜੋੜੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਕਿ ਭਾਈ ਉਦੋਂ ਤੱਕ ਜਦੋਂ ਤੱਕ ਸਾਡੇ ਅੰਦਰ ਜੋਤ ਸੀ ਉਦੋਂ ਅਸੀਂ ਗੁਰੂ ਸੀ, ਹੁਣ ਉਹ ਜੋਤ ਅਸੀਂ ਭਾਈ ਲਹਿਣੇ ਦੇ ਅੰਦਰ ਟਿਕਾ ਦਿੱਤੀ ਹੈ, ਲਹਿਣੇ ਤੇ ਅੰਗਤ ਕਰ ਦਿਆ। ਹੁਣ ਲਹਿਣੇ ਨੂੰ ਗੁਰੂ ਅੰਗਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਕਰਕੇ ਇਹ ਜਿਹੜੀ ਜੋਤ ਹੈ ਗੁਰੂ ਅੰਗਦ ਦੇ ਮਹਾਰਾਜ ਵਿੱਚ ਹੈ, ਤੇ ਹੁਣ ਇੱਕ ਕੇਵਲ ਸਰੀਰ ਰਹਿ ਗਿਆ ਹੈ, ਸਰੀਰ ਰਹਿ ਗਿਆ ਹੈ। ਤੇ ਪਾਤਸ਼ਾਹ ਨੇ ਉਪਦੇਸ਼ ਦੇਣਾ ਕੀਤਾ। ਫਿਰ ਗੁਰੂ ਕੁਝ ਦਿਨ ਬਤੀਤ ਹੋਏ, ਸਤਿਗੁਰੂ ਦੇ ਦਰ ਤੇ ਸੰਗਤਾਂ ਦੇਸ਼ਾਂ ਵਿੱਚ ਚੱਲ ਕੇ ਆ ਰਹੀਆਂ ਨੇ। ਕਈ ਵਾਰੀ ਇੰਨੇ ਪ੍ਰੇਮ ਦੇ ਵਿੱਚ ਮਗਨ ਹੋ ਜਾਂਦੇ, ਭਾਈ ਲਹਿਣਾ ਜੀ ਖਡੂਰ ਸਾਹਿਬ ਤੋਂ ਚੱਲ ਪੈਂਦੇ ਨੇ ਪਾਤਸ਼ਾਹ ਦਰਸ਼ਨਦਾਰੇ ਕਰਨ ਵਾਸਤੇ। ਨਿੱਤ ਦਾ ਨਿਵੇਸ਼ ਹੈ, ਗੱਦੀ ਪ੍ਰਾਪਤ ਹੋ ਗਈ ਹੈ, ਪਰ ਨਿੱਤ ਦਾ ਨਿਯਮ ਬਣਾ ਲਿਆ ਕਿ ਖਡੂਰ ਸਾਹਿਬ ਤੋਂ ਆਉਣਾ, ਗੁਰੂ ਪਾਤਸ਼ਾਹ ਦੇ ਦਰਸ਼ਨਦਾਰੇ ਕਰਕੇ ਵਾਪਸ ਮੁੜ ਜਾਣਾ। ਤੇ ਇੱਧਰੋਂ ਗੁਰੂ ਸਵਾਰਿਓ ਅੱਜ ਸਤਿਗੁਰੂ ਮਹਾਰਾਜ ਨੇ ਆਪਣਾ ਅੰਤਮ ਸਮਾਂ ਜਾਣਨਾ ਕੀਤਾ। ਅੰਤਮ ਸਮੇਂ ਤੋਂ ਪਹਿਲਾਂ ਜਿੱਥੇ ਸਤਿਗੁਰ ਦਾ ਪਾਵਨ ਸਥਾਨ ਹੈ ਕਰਤਾਰਪੁਰ ਸਾਹਿਬ, ਉਸ ਸਥਾਨ 'ਤੇ ਪਾਤਸ਼ਾਹ ਨੇ ਸੰਗਤਾਂ ਨੂੰ ਹੁਕਮਨਾਮੇ ਭੇਜੇ। ਦੇਸ਼ਾਂ ਵਿਦੇਸ਼ ਸੰਗਤਾਂ ਚੱਲ ਕੇ ਆਈਆਂ। ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਕੁਝ ਕੁ ਸਿੱਖਾਂ ਦਾ ਜ਼ਿਕਰ ਜਿਹੜੇ ਸਤਿਗੁਰ ਦੀ ਹਜ਼ੂਰੀ ਵਿੱਚ ਰਹਿ ਰਹੇ ਨੇ, ਉਹਨਾਂ ਵਿੱਚੋਂ ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਇੱਕ ਗੁਰੂ ਕਾ ਸਿੱਖ ਭਾਈ ਕਮਲੀਆ ਜੀ, ਜਿਹੜਾ ਸਤਿਗੁਰ ਦੇ ਜਿੰਨੇ ਵੀ ਪਸ਼ੂ ਰੱਖੇ ਸਨ, ਮੱਝਾਂ ਨੂੰ ਪੱਠੇ ਪਾਉਂਦਾ ਸੀ। ਉਹ ਬੜੀ ਪ੍ਰੇਮ ਨਾਲ ਸਤਿਗੁਰ ਦੀ ਟਹਿਲ ਸੇਵਾ ਕਰਦਾ। ਅੱਜ ਦੀਨ ਦਿਆਲੂ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ, ਕਹਿਣ ਲੱਗੇ ਕਿ ਭਾਈ ਸਾਡਾ ਅੰਤਮ ਸਮਾਂ ਆ ਚੁੱਕਾ ਹੈ, ਅਸੀਂ ਪੰਜ ਭੂਤਕ ਸਰੀਰ ਤਿਆਗਣਾ ਹੈ, ਤੇ ਸਾਡੇ ਜੋਤੀ ਜੋ ਸਮਾਣ ਤੋਂ ਬਾਅਦ
ਕਿਸੇ ਨੇ ਸਾਡੇ ਨਾਂ ਦੀ ਮੜੀ ਇਤਿਆਦਕ ਨਹੀਂ ਬਣਾਉਣੀ ਹੈ, ਕਬਰ ਨਹੀਂ ਬਣਾਉਣੀ ਹੈ, ਤੇ ਸਾਡੇ ਸਰੀਰ ਦਾ ਦਾਹ ਸੰਸਕਾਰ ਕਰਨਾ ਹੈ। ਤੇ ਗੁਰੂ ਪਾਤਸ਼ਾਹ ਨੇ ਅੰਤਮ ਬਚਨ ਕੀਤੇ। ਤੇ ਹੁਣ ਹਿੰਦੂ ਵੀ ਬੈਠੇ ਨੇ, ਮੁਸਲਮਾਨ ਵੀ ਬੈਠੇ ਹਨ। ਗੁਰੂ ਕੇ ਸਿੱਖ ਤਾਂ ਸਤਿਗੁਰ ਦੀ ਹਜ਼ੂਰੀ ਵਿੱਚ ਹੀ ਸਨ। ਤੇ ਜਦੋਂ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ, ਫਿਰ ਕਹਿਣ ਲੱਗੇ ਸਾਡੇ ਪੁੱਤਰਾਂ ਨੂੰ ਸੱਦ ਕੇ ਲੈ ਕੇ ਆਵੋ। ਸਾਡੇ ਮਹਿਲ ਜਿਹੜੇ ਧਰਮਸ਼ਾਲਾ ਘਰ ਦੇ ਵਿੱਚ ਨੇ, ਉਹਨਾਂ ਨੂੰ ਸਾਡਾ ਸੁਨੇਹਾ ਦੇ ਕੇ ਆਵੋ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋ ਸਮਾਉਣ ਲੱਗੇ ਹਨ। ਅੰਤਮ ਵੇਲੇ ਆਪ ਜੀ ਸਤਿਗੁਰੂ ਨੂੰ ਆ ਕੇ ਮਿਲਣਾ ਕਰੋ। ਸਿੱਖ ਗਿਆ ਦੌੜ ਕੇ, ਘਰ ਵਿੱਚ ਖਬਰ ਦਿੱਤੀ ਮਾਤਾ ਸੁਲੱਖਣੀ ਜੀ ਨੂੰ ਕਿ ਮਾਤਾ ਜੀ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਮੈਨੂੰ ਭੇਜਿਆ ਤੇ ਪਾਤਸ਼ਾਹ ਜੋਤੀ ਜੋ ਸਮਾਉਣ ਲੱਗੇ ਨੇ, ਤੇ ਤੁਹਾਨੂੰ ਤੇ ਤੁਹਾਡੇ ਸਾਹਿਬਜ਼ਾਦਿਆਂ ਨੂੰ ਸਾਦੇ ਹਨ। ਜਦੋਂ ਮਾਤਾ ਜੀ ਨੇ ਸੁਣਿਆ, ਤੇ ਮਾਤਾ ਜੀ ਦਾ ਉਸੇ ਸਮੇਂ ਸਭ ਕੁਝ ਛੱਡ ਕੇ ਦੌੜ ਕੇ ਸਤਿਗੁਰੂ ਵੱਲ ਤੁਰਨ ਲੱਗੇ। ਤੇ ਨਾਲ ਬਾਬਾ ਲਖਮੀ ਦਾ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਆਖਿਆ, ਪੁੱਤਰੋ, ਤੁਹਾਡੇ ਪਿਤਾ ਜੀ ਜੋਤੀ ਜੋ ਸਮਾਉਣ ਲੱਗੇ, ਤੁਹਾਨੂੰ ਸੱਦ ਰਹੇ ਹਨ, ਤੁਸੀਂ ਜਲਦੀ ਕਰੋ। ਤੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਨੇ ਇਨਕਾਰ ਕਰਦਾ, ਕਹਿਣ ਲੱਗੇ ਅੱਗੇ ਵੀ ਪਿਤਾ ਗੁਰੂ ਨੇ ਕਈ ਵਾਰ ਇਸ ਤਰ੍ਹਾਂ ਦੇ ਬਚਨ ਕੀਤੇ ਨੇ, ਕਿਹੜਾ ਜੋਤੀ ਜੋ ਸਮਾਉਂਦੇ ਨੇ। ਤੇ ਇਨਕਾਰ ਕਰ ਦਿੱਤਾ। ਤੇ ਮਾਤਾ ਸੁਲੱਖਣੀ ਜੀ ਗਏ ਨੇ। ਮਾਤਾ ਸੁਲੱਖਣੀ ਜੀ ਨੇ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਜਾ ਕੇ ਮੱਥਾ ਟੇਕਿਆ। ਤੇ ਇੱਥੋਂ ਤੱਕ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਵੀ ਕੀਤੀ ਮਾਤਾ ਸੁਲੱਖਣੀ ਜੀ ਨੇ। ਮਾਤਾ ਸੁਲੱਖਣੀ ਜੀ ਕਹਿਣ ਲੱਗੇ ਕਿ ਪਾਤਸ਼ਾਹ ਜੀ, ਹੁਣ ਤੁਸੀਂ ਜੋਤੀ ਜੋ ਸਮਾ ਰਹੇ ਹੋ, ਤੇ ਮੇਰਾ ਜੀਵਨ ਆਪ ਜੀ ਤੋਂ ਬਿਨਾਂ ਅਧੂਰਾ ਹੈ। ਆਪ ਜੀ ਮੈਨੂੰ ਵੀ ਨਾਲ ਲਿਜਾਣਾ ਕਰੋ। ਤੇ ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਭਾਗਵਾਨੇ ਪਰਾ ਲਬਧ ਅਨੁਸਾਰ ਤੁਹਾਡੀ ਹਾਲੇ ਉਮਰ ਬਾਕੀ ਹੈ। ਕੁਝ ਕੁ ਸਮਾਂ ਤੁਸੀਂ ਸੰਸਾਰ ਵਿੱਚ ਉਮਰ ਭੋਗੋਗੇ, ਫਿਰ ਆਪਣੀ ਸਰੀਰ ਨੂੰ ਤਿਆਗ ਕੇ ਤੁਸੀਂ ਸਾਡੇ ਕੋਲ ਸੱਚਖੰਡ ਵਿਖੇ ਆ ਜਾਵੋਗੇ। ਪਰ ਜਦੋਂ ਮਾਤਾ ਜੀ ਕਹਿਣ ਲੱਗੇ ਮੇਰੇ ਮਨ 'ਚ ਡਰ ਖੌਫ ਪੈਦਾ ਹੋ ਰਿਹਾ ਹੈ, ਮੈਨੂੰ ਵੀ ਆਪਣੇ ਨਾਲ ਲਿਜਾਣਾ ਕਰੋ। ਇਤਿਹਾਸਕਾਰ ਲਿਖਦੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਇਹ ਸ਼ਬਦ ਉਚਾਰਿਆ ਸੀ ਕਿ ਜੀਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ, ਅੰਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ, ਦਇਆਲ ਤੇਰਾ ਨਾਮ ਤਰਾਂ, ਸਦ ਕੁਰਬਾਨੈ ਜਾਓ। ਤੇ ਇਹ ਸ਼ਬਦ ਉਚਾਰਨ ਕਰਕੇ ਮਾਤਾ ਜੀ ਨੂੰ ਉਪਦੇਸ਼ ਦਿੱਤਾ ਕਿ ਕੋਈ ਗੱਲ ਨਹੀਂ, ਜਿਹੜੀ ਸਮਾਂ ਅਨੁਸਾਰ ਤੁਸੀਂ ਵੀ ਪਰਾ ਲਬਧ ਅਨੁਸਾਰ ਆਪਣੇ ਜੀਵਨ ਨੂੰ ਭੋਗ ਕੇ ਸਾਡੇ ਕੋਲ ਪਹੁੰਚ ਜਾਣਾ ਹੈ। ਤੇ ਇੱਧਰੋਂ ਗੁਰੂ ਸਵਾਰਿਓ ਸਤਿਗੁਰੂ ਬੈਠੇ ਹੋਏ ਨੇ ਤੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਰਹੇ ਹਨ ਸਿੱਖਾਂ ਦੇ ਉੱਤੇ। ਜਿਹੜਾ ਵੀ ਸਤਿਗੁਰੂ ਕੋਲ ਆਉਂਦਾ ਮੱਥਾ ਟੇਕਦਾ, ਤੇ ਗੁਰੂ ਨਾਨਕ ਪਾਤਸ਼ਾਹ ਝੋਲੀਆਂ ਭਾ ਰਹੇ ਹਨ। ਹਰ ਇੱਕ ਦੇ ਮਨ ਵਿੱਚ ਇਹ ਲਾਲਸਾ ਹੈ, ਇੱਛਾ ਹੈ ਕਿ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਅੰਤਮ ਸਮੇਂ ਦਰਸ਼ਨ ਦੀਦਾਰੇ ਕਰ ਲਈਏ, ਕੋਈ ਗੁਰੂ ਦਾ ਕੋਈ ਬਚਨ ਬਿਲਾਸ ਸੁਣ ਲਈਏ। ਇੱਧਰੋਂ ਸਤਿਗੁਰੂ ਜੀ ਨੇ ਬਚਨ ਕੀਤੇ ਮਾਤਾ ਸੁਲੱਖਣੀ ਜੀ ਨੂੰ ਕਿ ਸਾਡੇ ਸਾਹਿਬਜ਼ਾਦੇ ਨਹੀਂ ਆਏ, ਅਸੀਂ ਸੁਨੇਹਾ ਭੇਜਿਆ ਸੀ। ਤੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਕਿ ਸੁਨੇਹਾ ਤਾਂ ਤੁਹਾਡਾ ਪਹੁੰਚਿਆ ਸੀ, ਪਰ ਆਏ ਨਹੀਂ ਹਨ, ਦੁਬਾਰਾ ਸਿੱਖ ਭੇਜਣਾ ਕਰੋ। ਦੁਬਾਰਾ ਫਿਰ ਸਿੱਖ ਭੇਜਿਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਆਖਿਆ ਕਿ ਤੁਹਾਡੇ ਪਿਤਾ ਜੀ ਜੋਤੀ ਜੋ ਸਮਾਨ ਛੇਤੀ ਕਰੋ, ਦੇਰੀ ਨਾ ਕਰਨਾ ਕਰੋ। ਤੇ ਗੁਰੂ ਸਵਾਰਿਓ ਉਦੋਂ ਫਿਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਨੇ ਇਹੀ ਆਖਿਆ ਕਿ ਪਿਤਾ ਗੁਰੂ ਤਾਂ ਐਵੇਂ ਆਖੀ ਜਾਂਦੇ ਨੇ। ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਬਚਨ ਕੀਤੇ ਨੇ, ਪਿਤਾ ਗੁਰੂ ਨੇ ਆਪਣਾ ਸਰੀਰ ਤਿਆਗਿਆ ਨਹੀਂ ਹੈ, ਐਵੇਂ ਆਖਦੇ ਨੇ। ਤੇ ਇਤਿਹਾਸ ਕਹਿੰਦੇ 3 ਵਾਰੀ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤੇ ਸੀ, 3 ਵਾਰੀ ਮਨੁੱਖ ਭੇਜਿਆ ਸਿੱਖ, ਤੇ 3 ਵਾਰੀ ਨਹੀਂ ਪਹੁੰਚੇ ਸਨ। ਜਦੋਂ ਫਿਰ ਸਤਿਗੁਰੂ ਮਹਾਰਾਜ ਨੇ ਆਪਣੇ 5 ਭੂਤਕ ਸਰੀਰ ਦੀ ਤਿਆਰੀ ਕਰ ਲਈ, ਕਹਿੰਦੇ ਨੇ ਹਿੰਦੂ ਵੀ ਇਕੱਠੇ ਨੇ, ਮੁਸਲਮਾਨ ਵੀ ਇਕੱਠੇ ਹਨ, ਤੇ ਗੁਰੂ ਨਾਨਕ ਪਾਤਸ਼ਾਹ ਇੱਕ ਸ਼ਮਿਆਨਾ ਤੰਬੂ ਲਗਾ ਲਿਆ। ਤੇ ਸਤਿਗੁਰੂ ਕਹਿਣ ਲੱਗੇ ਇਸ
ਤੰਬੂ ਸ਼ਮਿਆਨੇ ਦੇ 'ਚ ਅਸੀਂ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਣਾ ਹੈ ਤੇ ਤੁਸੀਂ ਸਾਡੇ ਸਰੀਰ ਦਾ ਸੰਸਕਾਰ ਕਰਨਾ ਹੈ। ਕਿਸੇ ਨੇ ਮੜੀ ਇਤਿਆਦ ਕਬਰ ਨਹੀਂ ਤਿਆਰ ਕਰਨੀ ਹੈ। ਤੇ ਦੀਨ ਦਿਆਲੂ ਸਤਿਗੁਰੂ ਜਦੋਂ ਅੰਦਰ ਪ੍ਰਵੇਸ਼ ਹੋਏ ਨੇ, ਕਹਿੰਦੇ ਨੇ ਸਤਿਗੁਰੂ ਨੇ ਆਪਣੇ ਸਰੀਰ ਨੂੰ ਵਸਤਰ ਨਾਲ ਚੰਗੀ ਤਰ੍ਹਾਂ ਕੱਜ ਲਿਆ, ਢੱਕ ਲਿਆ ਤੇ ਛਿਣ ਮਾਤਰ ਦੇ ਵਿੱਚ ਸਤਿਗੁਰੂ ਜੀ ਨੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ। ਜਦੋਂ ਹੁਣ ਪੰਜ ਭੂਤਕ ਸਰੀਰ ਤਿਆਗਿਆ, ਸੰਗਤਾਂ ਬਾਹਰ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ, ਮੂਲ ਮੰਤਰ ਕਰ ਰਹੀਆਂ, ਗੁਰੂ ਗੁਰੂ ਜਪ ਰਹੀਆਂ ਹਨ। ਸੰਗਤਾਂ ਮੁਖੋਂ ਇਹੀ ਆਖ ਰਹੀਆਂ ਹਨ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਤੇ ਸਤਿਗੁਰੂ ਗੁਰੂ ਨਾਨਕ ਪਾਸ ਜਸ ਹੋ ਰਿਹਾ ਹੈ। ਤੇ ਜਦੋਂ ਕਾਫੀ ਸਮਾਂ ਲੰਘਿਆ, ਕਹਿਣ ਲੱਗੇ ਆਪਾਂ ਅੰਦਰ ਜਾ ਕੇ ਦੇਖਣ ਦਾ ਕਰੀਏ ਕਿ ਦੀਨ ਦਿਆਲੂ ਸਤਿਗੁਰੂ ਨੇ ਆਖਿਆ ਸੀ ਆਹ ਸਮੇਂ ਤੁਸੀਂ ਮੇਰੇ ਸਰੀਰ ਨੂੰ ਆ ਕੇ ਸਾਂਭਣਾ ਹੈ। ਪਰ ਜਿਵੇਂ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਜਦੋਂ ਦੀਨ ਦਿਆਲੂ ਸਤਿਗੁਰੂ ਦਾ ਸਰੀਰ ਦੇਖਣ ਲਈ ਗੁਰੂ ਕੇ ਸਿੱਖ ਅੰਦਰ ਪ੍ਰਵੇਸ਼ ਹੋਏ, ਉਹ ਚੱਦਰ ਚੁੱਕੀ ਹੈ ਤੇ ਚੱਦਰ ਥੱਲੇ ਦੀਨ ਦਿਆਲੂ ਪਾਤਸ਼ਾਹ ਦਾ ਜਿਹੜਾ ਸਰੀਰ ਹੈ ਉੱਥੇ ਕੇਵਲ ਫੁੱਲ ਹੀ ਰਹਿ ਗਏ ਸਨ। ਫੁੱਲ ਸੀ ਤੇ ਚੱਦਰ ਲਈ ਇਹਨਾਂ ਦਾ ਝਗੜਾ ਹੋ ਗਿਆ। ਚੱਦਰ ਨੂੰ ਪ੍ਰਾਪਤ ਕਰਨ ਲਈ ਇੱਕ ਮੁਸਲਮਾਨ ਕਹਿਣ ਲੱਗੇ ਅਸੀਂ ਦਫਨਾਣਾ ਹੈ, ਤੇ ਹਿੰਦੂ ਕਹਿਣ ਲੱਗੇ ਕਿ ਅਸੀਂ ਇਹਦਾ ਸੰਸਕਾਰ ਕਰਨਾ ਹੈ। ਇਤਿਹਾਸਕਾਰ ਇੱਥੋਂ ਤੱਕ ਲਿਖਦੇ ਨੇ ਕਿ ਇਤਿਹਾਸਕਾਰ ਨੇ ਲਿਖਣਾ ਕੀਤਾ ਹੈ, ਜਦੋਂ ਬਾਬਾ ਲਖਮੀ ਚੰਦ ਤੇ ਬਾਬਾ ਸ਼੍ਰੀ ਚੰਦ ਜੀ ਨਹੀਂ ਆਏ ਸਨ, ਤੇ ਉਦੋਂ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਮੇਰੇ ਪੁੱਤਰ ਖਾਲੀ ਰਹਿ ਗਏ ਨੇ, ਤੇ ਆਪਣੇ ਸੇਵਕਾਂ ਨੂੰ ਆਪ ਜੀ ਨੇ ਬੜੀਆਂ ਦੇਣਾ ਕੀਤੀਆਂ, ਪਰ ਅਣਜਾਣ ਪੁਣੇ ਵਿੱਚ ਮੇਰੇ ਪੁੱਤਰਾਂ ਨੂੰ ਗਿਆਨ ਨਹੀਂ ਸੀ, ਆਪ ਜੀ ਨੂੰ ਆਮ ਹੀ ਜਾਣਦੇ ਰਹੇ। ਤੇ ਸਤਿਗੁਰੂ ਕਿਰਪਾ ਕਰੋ, ਆਪ ਜੀ 4 ਘੜੀਆਂ ਲਈ ਸਤਿਗੁਰੂ ਵਾਪਸ ਆਣਾ ਕਰੋ। ਕਹਿੰਦੇ ਨੇ ਉਸ ਸਮੇਂ ਮਾਤਾ ਸੁਲੱਖਣੀ ਜੀ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਦੇਹ ਵਿੱਚ ਆਏ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਸਮੇਂ ਫਿਰ ਮਾਤਾ ਸੁਲੱਖਣੀ ਜੀ ਨੂੰ ਆਖਿਆ ਕਿ ਤੁਸੀਂ 4 ਘੜੀਆਂ ਦਾ ਸਮਾਂ ਮੰਗਿਆ ਸੀ, ਜੇ ਤੁਸੀਂ ਜ਼ਿੰਦਗੀ ਦੇ 4-5 ਸਾਲ ਹੋਰ ਮੰਗ ਲੈਂਦੇ ਅਸੀਂ ਤੁਹਾਡੇ ਲਈ ਦੁਆਰਾ ਵੀ ਆ ਸਕਦੇ ਸੀ। ਤੇ ਇਹ ਸਤਿਗੁਰੂ ਜੀ ਨੇ ਫਿਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਦੇ ਕੁਝ ਕੁ ਬਖਸ਼ਿਸ਼ ਕੀਤੀ। ਉਸ ਤੋਂ ਬਾਅਦ ਗੁਰੂ ਸਵਾਰਿਓ ਫਿਰ ਜਦੋਂ ਸਤਿਗੁਰੂ ਨੇ ਸਰੀਰ ਤਿਆਗਿਆ, ਹਿੰਦੂ ਤੇ ਮੁਸਲਮਾਨਾਂ ਝਗੜਾ ਹੋਇਆ। ਉਹ ਕਹਿਣ ਲੱਗੇ ਕਿ ਅਸੀਂ ਸੰਸਕਾਰ ਕਰਨਾ ਹੈ, ਇੱਕ ਕਹਿ ਰਹੇ ਨੇ ਕਿ ਅਸੀਂ ਇਹਨੂੰ ਦਫਨਾਣਾ ਹੈ, ਤੇ ਝਗੜਾ ਹੋ ਰਿਹਾ। ਤੇ ਜਦੋਂ ਝਗੜਾ ਹੋ ਰਿਹਾ ਤੇ ਜਿਹੜੀ ਚੱਦਰ ਸੀ ਇੱਕ ਦੂਜੇ ਖਿੱਚ ਰਹੇ ਨੇ, ਤੇ ਖਿੱਚ ਰਹੇ ਤੇ ਚੱਦਰ ਪਾਟੀ, ਚੱਦਰ ਦੇ 2 ਟੁਕੜੇ ਹੋ ਗਏ। ਤੇ 2 ਟੁਕੜੇ ਹੋਏ ਤੇ ਇੱਕ ਨਾ ਨੇ ਗੁਰੂ ਸਵਾਰੇ ਚੱਦਰ ਦਾ ਸੰਸਕਾਰ ਕੀਤਾ, ਇੱਕ ਨਾ ਨੇ ਰਾਵੀ ਦੇ ਕਿਨਾਰੇ ਤੇ ਹੀ ਉਸ ਚੱਦਰ ਨੂੰ ਧਰਤੀ ਵਿੱਚ ਦਫਨਾਇਆ ਤੇ ਕਬਰ ਬਣਾ ਦਿੱਤੀ। ਪਰ ਦੀਨ ਦਿਆਲੂ ਸਤਿਗੁਰੂ ਮਹਾਰਾਜ ਦੇ ਬਚਨ ਸੀ ਨਾ ਕਿ ਨਾ ਮੈਂ ਮੜੀਆਂ ਦੇ ਵਿੱਚ ਹਾਂ, ਨਾ ਮਠੀਆਂ ਦੇ ਵਿੱਚ ਹਾਂ, ਕਬਰਾਂ ਦੇ ਵਿੱਚ ਹਾਂ। ਤੇ ਸਤਿਗੁਰੂ ਮਹਾਰਾਜ ਐਸੀ ਖੇਡ ਵਰਤੀ ਹੈ, ਕਹਿੰਦੇ ਉੱਥੇ ਕਬਰ ਬਣੀ ਤੇ ਰਾਵੀ ਦਾ ਪ੍ਰਵਾਹ ਇੰਨਾ ਚੜ੍ਹਿਆ, ਬੜੀ ਤੇਜ਼ੀ ਨਾਲ ਕਹਿੰਦੇ ਇਹ ਨਦੀ ਵਗੀ ਹੈ, ਇੰਨਾ ਤੇਜ਼ੀ ਨਾਲ ਪਾਣੀ ਸੀ, ਉਸ ਕਬਰ ਨੂੰ ਤੇ ਮਠੀ ਨੂੰ ਰੋੜ ਕੇ ਉਹ ਵਿੱਚੇ ਲੈ ਗਈ ਸੀ। ਤੇ ਇਸ ਤਰ੍ਹਾਂ ਦੀਨ ਦਿਆਲੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦਾ ਦਿਨ ਜੋਤੀ ਜੋਤ ਸਮਾਏ ਸਨ। 1469 ਵਿੱਚ ਸਤਿਗੁਰੂ ਦਾ ਪ੍ਰਕਾਸ਼ ਹੁੰਦਾ ਤੇ 1539 ਦੇ ਵਿੱਚ ਸਤਿਗੁਰੂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਹਨ। ਸੋ ਜੀਵਨ ਦੇ ਕੇ ਤਕਰੀਬਨ 70 ਕੁ ਸਾਲ ਬਣਦੇ ਨੇ। ਤੇ ਇੰਨਾ ਸਮਾਂ ਸਤਿਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ, ਘਰ ਘਰ ਬੂਟਾ ਲਾਇਆ। ਜੋ ਮੋਢੀ ਸਤਿਗੁਰੂ ਆਪ ਸਨ। ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ, ਭਾਈ ਗੁਰਦਾਸ ਜੀ ਨੂੰ ਪੁੱਛੋ ਕਿੱਥੇ ਕਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਨੇ। ਕਹਿੰਦੇ ਨੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਟੋਆ। 9 ਖੰਡ ਧਰਤੀ ਮੰਨੀ ਗਈ ਹੈ ਤੇ ਧਰਤੀ ਦਾ ਕੋਈ ਐਸਾ ਕੋਨਾ ਨਹੀਂ ਸੀ ਜਿੱਥੇ ਦੀਨ ਦਿਆਲੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨਹੀਂ ਗਏ ਹੋਣ। ਤੇ ਕੀਤਾ ਕੀ ਹੈ, ਚੜ੍ਹਿਆ ਸੋਧਣ ਧਰਤ ਲੁਕਾਈ, ਭੁੱਲੇ ਭਟਕਿਆਂ ਨੂੰ ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੁੱਲਿਆਂ ਨੂੰ ਸਤਿਗੁਰੂ, ਕੁਰਾਹੇ ਪਿਆਂ ਨੂੰ ਪਾਤਸ਼ਾਹ ਜੀ
ਰਾਹ ਪਾਉਣ ਵਾਸਤੇ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਥਾਵਾਂ ਥਾਵਾਂ ਤੇ ਗਏ ਨੇ। ਮਾਰਿਆ ਸਿੱਕਾ ਜਗਤ ਵਿੱਚ ਸਤਨਾਮ ਪੜ ਮੰਤਰ ਸੁਣਾਇਆ। ਇਹ ਉਪਦੇਸ਼ ਪਾਤਸ਼ਾਹ ਨੇ ਸਾਰਿਆਂ ਨੂੰ ਦੇਣਾ ਕੀਤਾ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਅਸਲੀ ਸ਼ਰਧਾਂਜਲੀ ਕੀ ਹੈ ਕਿ ਆਪਾਂ ਸਤਿਗੁਰ ਦੀ ਬਾਣੀ ਨੂੰ ਪੜ੍ਹੀਏ, ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਦਾ ਨਿਰਵਾਹ ਕਰੀਏ। ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪਾਤਸ਼ਾਹ ਬਖਸ਼ਿਸ਼ ਕਰਨਗੇ। ਬਾਕੀ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ 'ਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ